ਓਸ਼ੋ ਦਾ ਪ੍ਰਵਚਨ ਹੈ, ਧਨ ਹਨ ਉਹ ਜੋ ਸਰਲ ਹਨ। ਇੱਕ ਛੋਟੀ ਜਿਹੀ ਕਹਾਣੀ ਤੋਂ ਆਪਣੀ ਚਰਚਾ ਸ਼ੁਰੂ ਕਰਦਾ। ਇੱਕ ਰਾਤ ਇੱਕ ਸਰਾਂ 'ਚ ਇੱਕ ਫਕੀਰ ਆਇਆ। ਸਰਾਂ ਭਰੀ ਹੋਈ ਸੀ, ਰਾਤ ਬਹੁਤ ਲੰਘ ਚੁੱਕੀ ਸੀ ਤੇ ਉਸ ਪਿੰਡ ਦੇ ਦੂਜੇ ਮਕਾਨ ਬੰਦ ਹੋ ਚੁੱਕੇ ਸਨ ਤੇ ਲੋਕ ਸੌਂ ਗਏ ਸਨ। ਸਰਾਂ ਦਾ ਮਾਲਕ ਹੀ ਸਰਾਂ ਨੂੰ ਬੰਦ ਕਰਦਾ ਸੀ। ਤਦ ਉਹ ਫਕੀਰ ਉੱਥੇ ਪਹੁੰਚਿਆ ਤਾਂ ਉਹਨੇ ਕਿਹਾ, ਕੁਝ ਵੀ ਹੋਵੇ, ਕਿਤੇ ਵੀ ਹੋਵੇ, ਮੈਨੂੰ ਰਾਤ ਨੂੰ ਠਹਿਰਨ ਨੂੰ ਥਾਂ ਚਾਹੀਦੀ ਹੈ। ਇਸ ਹਨੇਰੀ ਰਾਤ 'ਚ ਹੁਣ ਮੈਂ ਕਿੱਥੇ ਭਾਲਾਂ ਤੇ ਕਿੱਥੇ ਜਾਵਾਂ। ਸਰਾਂ ਦੇ ਮਾਲਕ ਨੇ ਕਿਹਾ, ਠਹਿਰ ਤਾਂ ਸਕਦਾ ਹੈ, ਲੇਕਿਨ ਇਕੱਲਾ ਕਮਰਾ ਮਿਲਣਾ ਔਖਾ ਹੈ। ਇੱਕ ਕਮਰਾ ਹੈ, ਉਸ 'ਚ ਇੱਕ ਮਹਿਮਾਨ ਹੁਣੇ ਆ ਕੇ ਠਹਿਰਿਆ ਹੈ। ਉਹ ਜਾਗਦਾ ਹੋਏਗਾ ਕਿ ਤੁਸੀਂ ਉਹਦੇ ਨਾਲ ਹੀ ਉਹਦੇ ਕਮਰੇ 'ਚ ਸੌਂ ਸਕੋਗੇ। ਉਹ ਫਕੀਰ ਰਾਜ਼ੀ ਹੋ ਗਿਆ। ਇੱਕ ਕਮਰੇ 'ਚ 2 ਮਹਿਮਾਨ ਠਹਿਰਾ ਦਿੱਤੇ ਗਏ। ਉਹ ਫਕੀਰ ਆਪਣੇ ਬਿਸਤਰੇ ਉੱਤੇ ਲੇਟ ਗਿਆ। ਨਾ ਤਾਂ ਉਹਨੇ ਆਪਣੇ ਜੁੱਤੇ ਖੋਲ੍ਹੇ, ਨਾ ਆਪਣੀ ਟੋਪੀ ਉਤਾਰੀ। ਉਹ ਸਾਰੇ ਕੱਪੜੇ ਪਹਿਨੀ ਲੇਟ ਗਿਆ। ਦੂਜਾ ਆਦਮੀ ਜੋ ਉੱਥੇ ਠਹਿਰਿਆ ਹੋਇਆ ਸੀ, ਉਹਨੂੰ ਹੈਰਾਨੀ ਵੀ ਹੋਈ, ਪਰ ਅਣਜਾਣ ਆਦਮੀ ਨੂੰ ਕੁਝ ਕਹਿਣਾ ਠੀਕ ਨਾ ਸਮਝਿਆ। ਉਹ ਚੁੱਪ ਰਿਹਾ। ਲੇਕਿਨ ਉਹ ਫਕੀਰ ਜੋ ਟੋਪੀ ਪਹਿਨੇ ਹੀ ਸੌਂ ਗਿਆ ਸੀ, ਉਹ ਪਾਸੇ ਬਦਲਣ ਲੱਗਾ ਤੇ ਨੀਂਦ ਆਉਣੀ ਮੁਸ਼ਕਲ ਹੋ ਗਈ। ਦੂਜੇ ਮਹਿਮਾਨ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਤੇ ਉਹਨੇ ਕਿਹਾ, ਜਨਾਬ, ਇਵੇਂ ਤਾਂ ਸਾਰੀ ਰਾਤ ਨੀਂਦ ਨਹੀਂ ਆਏਗੀ, ਤੁਸੀਂ ਪਾਸੇ ਬਦਲਦੇ ਰਹੋਗੇ। ਕਿਰਪਾ ਕਰਕੇ ਆਪਣੇ ਜੁੱਤੇ ਉਤਾਰ ਦਿਓ, ਕੱਪੜੇ ਉਤਾਰ ਦਿਓ, ਫਿਰ ਆਰਾਮ ਨਾਲ ਸੌਂ ਜਾਓ। ਥੋੜਾ ਸਰਲ ਹੋ ਜਾਓ ਤਾਂ ਸ਼ਾਇਦ ਨੀਂਦ ਆ ਵੀ ਜਾਏ। ਇੰਨੇ ਜਟਿਲ ਹੋ ਕੇ ਸੌਣਾ ਬਹੁਤ ਮੁਸ਼ਕਿਲ ਹੈ। ਉਸ ਫਕੀਰ ਨੇ ਕਿਹਾ, ਮੈਂ ਵੀ ਇਹੋ ਸੋਚਦਾ, ਲੇਕਿਨ ਜੇ ਮੈਂ ਕਮਰੇ 'ਚ ਇਕੱਲਾ ਹੁੰਦਾ ਤਾਂ ਕੱਪੜੇ ਉਤਾਰ ਦਿੰਦਾ। ਤੁਹਾਡੇ ਹੋਣ ਦੀ ਵਜ੍ਹਾ ਕਰਕੇ ਮੈਂ ਬਹੁਤ ਮੁਸ਼ਕਿਲ 'ਚ। ਉਸ ਆਦਮੀ ਨੇ ਕਿਹਾ, ਇਸ 'ਚ ਕੀ ਮੁਸ਼ਕਿਲ ਵਾਲੀ ਗੱਲ ਹੈ। ਉਹ ਫਕੀਰ ਕਹਿਣ ਲੱਗਾ, ਮੁਸ਼ਕਿਲ ਇਹ ਹੈ ਕਿ ਜੇ ਮੈਂ ਕੱਪੜੇ ਉਤਾਰ ਕੇ ਸੌਂ ਗਿਆ ਤਾਂ ਸੁਬਾਹ ਮੇਰੀ ਨੀਂਦ ਖੁੱਲ੍ਹੇਗੀ। ਮੈਂ ਕਿਵੇਂ ਪਛਾਣਾਂਗਾ ਕਿ ਮੈਂ ਕੌਣ ਹਾਂ। ਮੈਂ ਆਪਣੇ ਕੱਪੜਿਆਂ ਤੋਂ ਹੀ ਖੁਦ ਨੂੰ ਪਛਾਣਦਾ। ਇਹ ਕੋਟ ਮੇਰੇ ਉੱਪਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਹੀ ਹਾਂ। ਇਹ ਟੋਪੀ ਮੇਰੇ ਸਿਰ 'ਤੇ ਹੈ ਤਾਂ ਮੈਂ ਜਾਣਦਾ ਕਿ ਮੈਂ ਹੀ ਹਾਂ। ਇਹ ਟੋਪੀ, ਇਹ ਕੋਟ ਨੂੰ ਪਹਿਨੇ ਹੋਏ ਸ਼ੀਸ਼ੇ ਦੇ ਸਾਹਮਣੇ ਖੜਾ ਹੁੰਦਾ ਤਾਂ ਪਛਾਣ ਲੈਣਾ ਕਿ ਮੈਂ ਹੀ ਹਾਂ। ਤੇ ਜੇ ਕਮਰੇ 'ਚ ਇਕੱਲਾ ਹੁੰਦਾ, ਕੱਪੜੇ ਉਤਾਰ ਕੇ ਸੌਂ ਜਾਂਦਾ, ਬਦਲਣ ਦਾ ਕੋਈ ਡਰ ਨਹੀਂ ਸੀ। ਲੇਕਿਨ ਸੁਬਾਹ ਮੈਂ ਉੱਠਾਂ ਤਾਂ ਮੈਂ ਕਿਵੇਂ ਪਛਾਣਾਂਗਾ ਕਿ ਮੈਂ ਕੌਣ ਹਾਂ ਤੇ ਤੁਸੀਂ ਕੌਣ ਹੋ। ਉਹ ਆਦਮੀ ਕਹਿਣ ਲੱਗਾ, ਬੜੇ ਪਾਗਲ ਲੱਗਦੇ ਹੋ, ਤੁਹਾਡੇ ਵਰਗਾ ਪਾਗਲ ਮੈਂ ਕਦੀ ਨਹੀਂ ਵੇਖਿਆ। ਉਹ ਫਕੀਰ ਕਹਿਣ ਲੱਗਿਆ, ਤੁਸੀਂ ਮੈਨੂੰ ਪਾਗਲ ਕਹਿੰਦੇ ਹੋ। ਮੈਂ ਦੁਨੀਆ ਵਿੱਚ ਜੋ ਵੀ ਆਦਮੀ ਦੇਖਿਆ ਹੈ, ਉਹ ਆਪਣੇ ਕੱਪੜਿਆਂ ਤੋਂ ਹੀ ਆਪਣੇ ਆਪ ਨੂੰ ਪਛਾਣਦਾ ਹੋਇਆ ਦੇਖਿਆ। ਜੇ ਮੈਂ ਪਾਗਲ ਹਾਂ ਤਾਂ ਸਾਰੇ ਪਾਗਲ ਹਨ। ਤੁਸੀਂ ਵੀ ਆਪਣੇ ਆਪ ਨੂੰ ਕੱਪੜਿਆਂ ਦੇ ਇਲਾਵਾ ਕਿਸੇ ਹੋਰ ਚੀਜ਼ ਤੋਂ ਪਛਾਣਦੇ ਹੋ। ਕੱਪੜੇ ਬਹੁਤ ਤਰ੍ਹਾਂ ਦੇ ਹਨ। ਨਾਮ ਵੀ ਇੱਕ ਕੱਪੜਾ ਹੈ, ਜਾਤੀ ਵੀ ਇੱਕ ਕੱਪੜਾ ਹੈ, ਧਰਮ ਵੀ ਇੱਕ ਕੱਪੜਾ ਹੈ। ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਜੈਨੀ ਹਾਂ, ਇਹ ਵੀ ਬਚਪਨ ਦੇ ਬਾਅਦ ਪਹਿਨਾਏ ਗਏ ਹਨ। ਮੇਰਾ ਇਹ ਨਾਮ ਹੈ, ਮੇਰਾ ਉਹ ਨਾਮ ਹੈ, ਇਹ ਵੀ ਕੱਪੜੇ ਹਨ। ਇਹ ਵੀ ਬਚਪਨ ਤੋਂ ਬਾਅਦ ਪਹਿਨਾਏ ਗਏ ਹਨ। ਇਹਨਾਂ ਨੂੰ ਹੀ ਅਸੀਂ ਸੋਚਦੇ ਹਾਂ ਆਪਣਾ ਹੋਣਾ, ਤਾਂ ਅਸੀਂ ਜਟਿਲ ਹੋ ਜਾਵਾਂਗੇ, ਤਾਂ ਅਸੀਂ ਜਟਲ ਹੀ ਰਵਾਂਗੇ। ਇੱਕ ਮਹਾਨਗਰੀ 'ਚ ਇੱਕ ਬਹੁਤ ਅਦਭੁਤ ਨਾਟਕ ਚੱਲ ਰਿਹਾ ਸੀ। ਸ਼ੇਕਸਪੀਅਰ ਦਾ ਨਾਟਕ ਸੀ। ਉਸ ਨਗਰੀ 'ਚ ਇੱਕ ਹੀ ਚਰਚਾ ਸੀ ਕਿ ਨਾਟਕ ਬਹੁਤ ਅਦਭੁਤ ਹੈ, ਅਭਿਨੇਤਾ ਬਹੁਤ ਮਾਹਿਰ ਹੈ। ਉਸ ਨਗਰ ਦਾ ਜੋ ਸਭ ਤੋਂ ਵੱਡਾ ਧਰਮਗੁਰੂ ਸੀ, ਉਹਦੇ ਮਨ 'ਚ ਆਇਆ ਕਿ ਮੈਂ ਵੀ ਨਾਟਕ ਵੇਖਾਂ। ਪਰ ਧਰਮਗੁਰੂ ਨਾਟਕ ਦੇਖਣ ਕਿਵੇਂ ਜਾਏ, ਲੋਕ ਕੀ ਕਹਿਣਗੇ। ਤਾਂ ਉਹਨੇ ਨਾਟਕ ਕੰਪਨੀ ਦੇ ਮੈਨੇਜਰ ਨੂੰ ਇੱਕ ਖੱਤ ਲਿਖਿਆ ਤੇ ਕਿਹਾ, ਮੈਂ ਵੀ ਨਾਟਕ ਵੇਖਣਾ ਚਾਹੁੰਦਾ, ਪ੍ਰਸ਼ੰਸਾ ਸੁਣ ਕੇ ਪਾਗਲ ਹੋਇਆ ਜਾ ਰਿਹਾ, ਪਰ ਮੈਂ ਆਵਾਂ ਕਿਵੇਂ, ਲੋਕ ਕੀ ਕਹਿਣਗੇ। ਤਾਂ ਮੇਰੀ ਇੱਕ ਪ੍ਰਾਰਥਨਾ ਹੈ ਕਿ ਤੁਹਾਡੇ ਨਾਟਕ ਭਵਨ 'ਚ ਕੋਈ ਅਜਿਹਾ ਦਰਵਾਜ਼ਾ ਨਹੀਂ ਹੈ ਪਿਛਲੇ ਪਾਸੇ ਜਿੱਥੋਂ ਮੈਂ ਆ ਸਕਾਂ, ਕੋਈ ਮੈਨੂੰ ਦੇਖ ਨਾ ਸਕੇ। ਉਸ ਮੈਨੇਜਰ ਨੇ ਉੱਤਰ ਲਿਖਿਆ ਕਿ ਤੁਸੀਂ ਬੜੀ ਖੁਸ਼ੀ ਨਾਲ ਆਓ, ਸਾਡੇ ਨਾਟਕ ਭਵਨ ਦੇ ਪਿੱਛੇ ਦਰਵਾਜ਼ਾ ਹੈ। ਧਰਮ ਗੁਰੂਆਂ, ਸੱਜਣਾ, ਸਾਧੂਆਂ ਲਈ ਪਿੱਛੇ ਦਾ ਦਰਵਾਜ਼ਾ ਬਣਾਉਣਾ ਪਿਆ ਕਿਉਂਕਿ ਉਹ ਸਾਹਮਣੇ ਵਾਲੇ ਦਰਵਾਜ਼ੇ ਤੋਂ ਕਦੀ ਨਹੀਂ ਆਉਂਦੇ। ਦਰਵਾਜ਼ਾ ਹੈ, ਤੁਸੀਂ ਖੁਸ਼ੀ ਨਾਲ ਆਓ, ਕੋਈ ਤੁਹਾਨੂੰ ਨਹੀਂ ਦੇਖ ਸਕੇਗਾ। ਲੇਕਿਨ ਇੱਕ ਮੇਰੀ ਵੀ ਪ੍ਰਾਰਥਨਾ ਹੈ, ਲੋਕ ਤਾਂ ਨਹੀਂ ਦੇਖ ਸਕਣਗੇ ਕਿ ਤੁਸੀਂ ਆਏ, ਲੇਕਿਨ ਇਸ ਗੱਲ ਦੀ ਗਰੰਟੀ ਕਰਨਾ ਮੁਸ਼ਕਿਲ ਹੈ ਕਿ ਪਰਮਾਤਮਾ ਨਹੀਂ ਦੇਖ ਸਕੇਗਾ। ਪਿੱਛੇ ਦਾ ਦਰਵਾਜ਼ਾ ਹੈ, ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਲੇਕਿਨ ਪਰਮਾਤਮਾ ਨੂੰ ਧੋਖਾ ਦੇਣਾ ਅਸੰਭਵ ਹੈ।
ਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਪਰਮਾਤਮਾ ਨੂੰ ਵੀ ਧੋਖਾ ਦੇ ਦੇਵੇ, ਲੇਕਿਨ ਆਪਣੇ ਆਪ ਨੂੰ ਧੋਖਾ ਦੇਣਾ ਬਿਲਕੁਲ ਅਸੰਭਵ ਹੈ। ਪਰ ਅਸੀਂ ਸਾਰੇ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਤਾਂ ਅਸੀਂ ਜਟਿਲ ਹੋ ਜਾਵਾਂਗੇ, ਸਰਲ ਨਹੀਂ ਰਹਿ ਸਕਦੇ। ਖੁਦ ਨੂੰ ਜੋ ਧੋਖਾ ਦੇਗਾ ਉਹ ਕਠਿਨ ਹੋ ਜਾਏਗਾ, ਉਲਝ ਜਾਏਗਾ, ਉਲਝਦਾ ਹੀ ਚਲਾ ਜਾਏਗਾ। ਹਰ ਉਲਝਾ ਉੱਤੇ ਨਵਾਂ ਧੋਖਾ, ਨਵਾਂ ਅਸੱਚ ਭਾਲੇਗਾ, ਹੋਰ ਉਲਝ ਜਾਏਗਾ। ਇਵੇਂ ਅਸੀਂ ਕਠਿਨ ਹੋਰ ਜਟਿਲ ਹੋ ਗਏ ਹਾਂ। ਅਸੀਂ ਪਿੱਛੇ ਦੇ ਦਰਵਾਜ਼ੇ ਭਾਲ ਲਏ ਹਨ ਤਾਂ ਕਿ ਕੋਈ ਸਾਨੂੰ ਦੇਖ ਨਾ ਸਕੇ। ਅਸੀਂ ਝੂਠੇ ਚਿਹਰੇ ਬਣਾ ਰੱਖੇ ਹਨ ਤਾਂ ਕਿ ਸਾਨੂੰ ਪਛਾਣ ਨਾ ਸਕੇ। ਸਾਡੀ ਨਮਸਕਾਰ ਝੂਠੀ ਹੈ, ਸਾਡਾ ਪ੍ਰੇਮ ਝੂਠਾ ਹੈ, ਸਾਡੀ ਪ੍ਰਾਰਥਨਾ ਝੂਠੀ ਹੈ। ਇੱਕ ਆਦਮੀ ਸੁਬਹ ਹੀ ਸੁਬਹ ਤੁਹਾਨੂੰ ਰਸਤੇ 'ਚ ਮਿਲ ਜਾਂਦਾ ਹੈ। ਤੁਸੀਂ ਹੱਥ ਜੋੜਦੇ ਹੋ, ਨਮਸਕਾਰ ਕਰਦੇ ਹੋ, ਕਹਿੰਦੇ ਹੋ ਮਿਲ ਕੇ ਬੜੀ ਖੁਸ਼ੀ ਹੋਈ, ਤੇ ਮਨ 'ਚ ਸੋਚਦੇ ਹੋ ਕਿ ਇਸ ਦੁਸ਼ਟ ਦਾ ਮੂੰਹ ਸਵੇਰੇ ਸਵੇਰੇ ਹੀ ਕਿਵੇਂ ਦਿਖ ਗਿਆ। ਤੁਸੀਂ ਸਰਲ ਕਿਵੇਂ ਹੋ ਸਕੋਗੇ? ਉੱਪਰ ਕੁਝ ਹੈ, ਅੰਦਰ ਕੁਝ ਹੈ। ਉੱਪਰ ਪ੍ਰੇਮ ਦੀਆਂ ਗੱਲਾਂ ਹਨ, ਅੰਦਰ ਨਫ਼ਰਤ ਦੇ ਕੰਢੇ ਹਨ। ਉੱਪਰ ਪ੍ਰਾਰਥਨਾ ਹੈ, ਗੀਤ ਹਨ, ਅੰਦਰ ਗਾਲਾਂ ਹਨ, ਮਾੜੇ ਬੋਲ ਹਨ। ਉੱਪਰ ਮੁਸਕਾਨ ਹੈ, ਅੰਦਰ ਹੰਝੂ ਹਨ। ਤਾਂ ਇਸ ਵਿਰੋਧ ਵਿੱਚ, ਇਸ ਆਤਮ ਵਿਰੋਧ ਵਿੱਚ, ਇਸ ਸੈਲਫ ਕੰਟਰਾਡਿਕਸ਼ਨ ਵਿੱਚ ਜਟਿਲਤਾ ਪੈਦਾ ਹੋਏਗੀ, ਉਲਝਣ ਪੈਦਾ ਹੋਏਗੀ। ਪਰਮਾਤਮਾ ਕਠਿਨ ਨਹੀਂ ਹੈ, ਲੇਕਿਨ ਆਦਮੀ ਕਠਿਨ ਹੈ। ਕਠਿਨ ਆਦਮੀ ਨੂੰ ਪਰਮਾਤਮਾ ਵੀ ਕਠਿਨ ਦਿਖਾਈ ਦਿੰਦਾ ਹੈ ਤਾਂ ਕੋਈ ਹੈਰਾਨੀ ਨਹੀਂ। ਮੈਂ ਸੁਬਹ ਕਿਹਾ ਕਿ ਪਰਮਾਤਮਾ ਸਰਲ ਹੈ। ਦੂਜੀ ਗੱਲ ਤੁਹਾਨੂੰ ਕਹਿਣੀ ਹੈ ਕਿ ਇਹ ਸਰਲਤਾ ਤਦ ਪ੍ਰਗਟ ਹੋਏਗੀ ਜਦ ਤੁਸੀਂ ਵੀ ਸਰਲ ਹੋਵੋ। ਇੱਕ ਸਰਲ ਹਿਰਦੇ ਦੇ ਸਾਹਮਣੇ ਹੀ ਇਹ ਸਰਲਤਾ ਪ੍ਰਗਟ ਹੋ ਸਕਦੀ ਹੈ, ਲੇਕਿਨ ਅਸੀਂ ਸਰਲ ਨਹੀਂ ਹਾਂ। ਕੀ ਤੁਸੀਂ ਧਾਰਮਿਕ ਹੋਣਾ ਚਾਹੁੰਦੇ ਹੋ? ਕੀ ਤੁਸੀਂ ਆਨੰਦ ਹਾਸਲ ਕਰਨਾ ਚਾਹੁੰਦੇ ਹੋ? ਕੀ ਤੁਸੀਂ ਸ਼ਾਂਤ ਹੋਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਦੇ ਅੰਧਕਾਰ 'ਚ ਸੱਚ ਦੀ ਜੋਤ ਜਗੇ? ਤਾਂ ਯਾਦ ਰੱਖੋ, ਪਹਿਲੀ ਪੌੜੀ ਯਾਦ ਰੱਖੋ, ਸਫਲਤਾ ਦੇ ਇਲਾਵਾ ਸੱਚ ਦਾ ਪ੍ਰਵੇਸ਼ ਨਹੀਂ ਹੁੰਦਾ। ਸਰਲਤਾ ਦੇ ਇਲਾਵਾ ਸੱਚ ਦਾ ਪ੍ਰਵੇਸ਼ ਨਹੀਂ ਹੁੰਦਾ। ਸਿਰਫ ਉਹਨਾਂ ਹਿਰਦਿਆਂ 'ਚ ਸੱਚ ਦਾ ਬੀਜ ਫੁੱਟਦਾ ਹੈ ਜਿੱਥੇ ਸਰਲਤਾ ਦੀ ਜ਼ਮੀਨ ਹੋਵੇ। ਦੇਖਿਆ ਹੋਏਗਾ, ਇੱਕ ਕਿਸਾਨ ਬੀਜ ਪਾਉਂਦਾ ਹੈ, ਪੱਥਰ ਉੱਪਰ ਪੈ ਜਾਏ ਬੀਜ, ਫਿਰ ਉਸ 'ਚੋਂ ਫੁਟਾਰਾ ਨਹੀਂ ਹੁੰਦਾ। ਕਿਉਂ? ਬੀਜ ਤਾਂ ਉਹੀ ਸੀ, ਤੇ ਸਰਲ ਸਿੱਧੀ ਜ਼ਮੀਨ ਉੱਤੇ ਪੈ ਜਾਏ ਬੀਜ, ਫੁੱਟ ਪੈਂਦਾ ਹੈ। ਬੀਜ ਉਹੀ ਹੈ, ਲੇਕਿਨ ਪੱਥਰ ਸਖਤ ਸੀ, ਕਠਿਨ ਸੀ, ਬੀਜ ਅਸਮਰਥ ਹੋ ਗਿਆ, ਫੁਟਾਰਾ ਨਾ ਹੋ ਸਕਿਆ। ਜ਼ਮੀਨ ਸਰਲ ਸੀ, ਸਿੱਧੀ ਸੀ, ਸਾਫ਼ ਸੀ, ਨਰਮ ਸੀ, ਸਖਤ ਨਹੀਂ ਸੀ, ਕੋਮਲ ਸੀ, ਬੀਜ ਫੁੱਟ ਪਿਆ। ਪੱਥਰ ਉੱਤੇ ਪਏ ਬੀਜ ਵਿੱਚ ਤੇ ਜ਼ਮੀਨ 'ਚ ਪਏ ਬੀਜ ਵਿੱਚ ਕੋਈ ਫਰਕ ਨਹੀਂ ਸੀ। ਪਰਮਾਤਮਾ ਸਭ ਦੇ ਹਿਰਦੇ ਦੇ ਦੁਆਰ ਉੱਤੇ ਦਸਤਕ ਦਿੰਦਾ ਹੈ। ਖੋਲ ਦਿਓ ਦੁਆਰ। ਪਰਮਾਤਮਾ ਦਾ ਬੀਜ ਆ ਜਾਣਾ ਚਾਹੀਦਾ ਹੈ ਜ਼ਮੀਨ ਵਿੱਚ ਕਿ ਫੁੱਟ ਪਏ, ਲੇਕਿਨ ਜਿਨ੍ਹਾਂ ਦੇ ਹਿਰਦੇ ਕਠੋਰ ਹਨ, ਕਠਿਨ ਹਨ, ਉਹਨਾਂ ਹਿਰਦਿਆਂ ਉੱਤੇ ਪਿਆ ਬੀਜ ਸੁੱਕ ਜਾਏਗਾ, ਫੁੱਟ ਨਹੀਂ ਸਕੇਗਾ। ਨਾ ਹੀ ਉਸ ਬੀਜ ਵਿੱਚੋਂ ਕੋਮਲ ਪੱਤੇ ਪੁੰਗਣਗੇ, ਨਾ ਹੀ ਉਸ ਬੀਜ ਵਿੱਚੋਂ ਸ਼ਾਖਾਵਾਂ ਫੁੱਟਣਗੀਆਂ, ਨਾ ਉਸ ਬੀਜ 'ਚੋਂ ਫੁੱਲ ਲੱਗਣਗੇ, ਨਾ ਹੀ ਉਸ ਬੀਜ 'ਚੋਂ ਸੁਗੰਧ ਫੈਲੇਗੀ। ਪਰ ਸਰਲ ਜੋ ਹੋਣਗੇ ਉਹਨਾਂ ਦਾ ਹਿਰਦਾ ਜ਼ਮੀਨ ਬਣ ਜਾਏਗਾ ਤੇ ਪਰਮਾਤਮਾ ਦਾ ਬੀਜ ਪੁੰਗਰ ਸਕੇਗਾ। ਇਸ ਲਈ ਪਹਿਲਾ ਸੂਤਰ ਤੁਹਾਨੂੰ ਕਹਿਣਾ ਚਾਹੁੰਦਾ, ਸਰਲ ਹੋ ਜਾਓ। ਤੇ ਇਹ ਨਾ ਪੁੱਛੋ ਕਿ ਅਸੀਂ ਸਰਲ ਕਿਵੇਂ ਹੋ ਜਾਈਏ, ਕਿਉਂਕਿ ਜਿੱਥੇ ਕਿਸੇ ਦਾ ਭਾਵ ਸ਼ੁਰੂ ਹੋਇਆ, ਕਠਿਨਤਾ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਤੁਸੀਂ ਪੁੱਛਿਆ ਮੈਂ ਕਿਵੇਂ ਸਰਲ ਹੋ ਜਾਵਾਂ, ਬਸ ਤੁਸੀਂ ਕਠਿਨ ਹੋਣਾ ਸ਼ੁਰੂ ਹੋ ਗਏ। ਸਰਲਤਾ ਤਾਂ ਸੁਭਾਅ ਹੈ, ਸਰਲ ਹੋਣਾ ਨਹੀਂ ਪੈਂਦਾ। ਸਿਰਫ ਕਠਿਨ ਹੋਣਾ ਬੰਦ ਕਰ ਦਿਓ, ਤੁਹਾਨੂੰ ਲੱਗੇਗਾ ਤੁਸੀਂ ਸਰਲ ਹੋ ਗਏ। ਮੈਂ ਇਹ ਮੁੱਠੀ ਬੰਨ੍ਹ ਲਵਾਂ ਤੇ ਫਿਰ ਪੁੱਛਣ ਲੱਗਾ ਕਿ ਲੋਕਾਂ ਤੋਂ ਕਿ ਮੈਂ ਮੁੱਠੀ ਕਿਵੇਂ ਖੋਲਾਂ, ਤਾਂ ਕੋਈ ਮੈਨੂੰ ਕੀ ਕਹੇ। ਮੁੱਠੀ ਖੋਲ੍ਹਣੀ ਨਹੀਂ ਪੈਂਦੀ, ਬੰਦ ਜ਼ਰੂਰ ਕਰਨੀ ਪੈਂਦੀ ਹੈ, ਮੁੱਠੀ ਖੋਲ੍ਹਣੀ ਨਹੀਂ। ਹੁਣ ਮੈਂ ਮੁੱਠੀ ਬੰਦ ਕੀਤੀ ਹੋਈ ਹੈ ਤੇ ਲੋਕਾਂ ਨੂੰ ਪੁੱਛਦਾ ਮੁੱਠੀ ਕਿਵੇਂ ਖੋਲਾਂ। ਜੋ ਜਾਣਦਾ ਹੈ ਉਹ ਕਹੇਗਾ ਕਿ ਸਿਰਫ ਬੰਦ ਕਰਨਾ ਬੰਦ ਕਰ ਦਿਓ, ਮੁੱਠੀ ਖੁੱਲ ਜਾਏਗੀ। ਬੰਦ ਦਾ ਕਰੋ, ਖੁੱਲ੍ਹਾ ਹੋਣਾ ਮੁੱਠੀ ਦਾ ਸੁਭਾਅ ਹੈ। ਇੱਕ ਬੱਚਾ ਇੱਕ ਦਰਖਤ ਦੀ ਟਹਿਣੀ ਨੂੰ ਖਿੱਚ ਕੇ ਖੜਾ ਹੈ, ਪੁੱਛਦਾ ਹੈ ਇਹਨੂੰ ਇਹਦੀ ਵਾਪਸ ਥਾਂ 'ਤੇ ਕਿਵੇਂ ਪਹੁੰਚਾ ਦਿਆਂ। ਕੀ ਕਹੀਏ ਉਹਨੂੰ? ਵਾਪਸ ਪਹੁੰਚਣ ਲਈ ਕੁਝ ਮਿਹਨਤ ਕਰਨੀ ਪਏਗੀ? ਨਹੀਂ, ਬੱਚਾ ਛੱਡ ਦੇ ਟਹਿਣੀ ਨੂੰ, ਟਹਿਣੀ ਹਿੱਲੇਗੀ, ਕੰਬੇਗੀ, ਆਪਣੀ ਥਾਂ ਵਾਪਸ ਪਹੁੰਚ ਜਾਏਗੀ। ਸੁਭਾਅ ਸਰਲ ਹੈ ਮਨੁੱਖ ਦਾ, ਜਟਿਲਤਾ ਕਲਟੀਵੇਟਿਡ ਹੈ, ਜਟਿਲਤਾ ਕੋਸ਼ਿਸ਼ ਕਰਕੇ ਲਿਆਈ ਗਈ ਹੈ, ਜਟਿਲਤਾ ਕੀਤੀ ਗਈ ਹੈ, ਸਰਲਤਾ ਕਰਨੀ ਨਹੀਂ ਹੈ। ਸਿਰਫ ਜਟਿਲਤਾ ਨਾ ਹੋਵੇ ਤੇ ਸਰਲਤਾ ਹਾਜ਼ਰ ਹੋ ਜਾਂਦੀ ਹੈ। ਇਹ ਨਾ ਪੁੱਛਣਾ ਕਿ ਅਸੀਂ ਸਰਲ ਕਿਵੇਂ ਹੋ ਜਾਈਏ,
ਕਠਿਨ ਕਿਵੇਂ ਹੋ ਗਏ ਇਹ ਸਮਝ ਲਓ ਤੇ ਕਠਿਨ ਹੋਣਾ ਛੱਡ ਦਿਓ, ਲੱਗੇਗਾ ਸਰਲਤਾ ਆ ਗਈ। ਸਰਲਤਾ ਸਦਾ ਮੌਜੂਦ ਹੈ। ਕਿਵੇਂ ਕਠਿਨ ਹੋ ਗਏ? ਕਿਵੇਂ ਅਸੀਂ ਆਪਣੇ ਆਪ ਨੂੰ ਰੋਜ਼ ਕਠਿਨ ਕਰ ਲਿਆ? ਪਹਿਲੀ ਗੱਲ ਮੈਂ ਕਹੀ, ਅਸੀਂ ਅਸੱਚ ਦਾ ਜੀਵਨ ਨੂੰ ਢਾਂਚਾ ਦਿੱਤਾ ਹੈ। ਅਸੱਚ ਸਾਡਾ ਪੈਟਰਨ ਹੈ, ਅਸੱਚ ਸਾਡਾ ਢਾਂਚਾ ਹੈ। ਅਸੱਚ 'ਚ ਅਸੀਂ ਜਿਉਂਦੇ ਹਾਂ, ਸਾਹ ਲੈਂਦੇ ਹਾਂ, ਅਸੱਚ 'ਚ ਅਸੀਂ ਚੱਲਦੇ ਹਾਂ। ਖੋਜੀਏ ਕਿ ਕਿਤੇ ਤੁਹਾਡਾ ਸਾਰਾ ਜੀਵਨ ਅਸੱਚ ਉੱਤੇ ਤਾਂ ਨਹੀਂ ਖੜਾ ਹੋਇਆ। ਇੱਕ ਛੋਟਾ ਜਿਹਾ ਬੱਚਾ ਸਮੁੰਦਰ ਦੀ ਰੇਤ ਉੱਤੇ ਆਪਣਾ ਨਾਂ ਲਿਖ ਰਿਹਾ ਸੀ। ਉਹ ਬੜੀ ਬਰੀਕੀ ਨਾਲ, ਬੜੀ ਕਾਰੀਗਰੀ ਨਾਲ ਆਪਣਾ ਨਾਮ ਲਿਖ ਰਿਹਾ ਸੀ। ਇੱਕ ਬੁੱਢਾ ਉਹਨੂੰ ਕਹਿਣ ਲੱਗਾ, ਪਾਗਲਾ, ਤੂੰ ਨਾਂ ਲਿਖ ਵੀ ਨਹੀਂ ਸਕੇਂਗਾ, ਹਵਾਵਾਂ ਆਉਣਗੀਆਂ, ਰੇਤ ਖਿੰਡ ਜਾਏਗੀ। ਵਿਅਰਥ ਮਿਹਨਤ ਕਰ ਰਿਹਾ ਹੈ, ਸਮਾਂ ਖਰਾਬ ਕਰ ਰਿਹਾ ਹੈ, ਦੁੱਖ ਨੂੰ ਸੱਦਾ ਦੇ ਰਿਹਾ, ਕਿਉਂਕਿ ਜਿਹਨੂੰ ਤੂੰ ਬਣਾਏਂਗਾ ਤੇ ਦੇਖੇਂਗਾ ਖਿੰਡ ਗਿਆ ਤਾਂ ਦੁੱਖ ਹੋਏਗਾ। ਬਣਾਉਣ 'ਚ ਦੁੱਖ ਹੁੰਦਾ ਹੈ, ਫਿਰ ਮਿਟਣ 'ਚ ਦੁੱਖ ਹੋਏਗਾ। ਲੇਕਿਨ ਤੂੰ ਰੇਤ ਉੱਤੇ ਬਣਾ ਰਿਹਾ, ਮਿਟਣਾ ਯਕੀਨੀ ਹੈ। ਦੁੱਖ ਤੂੰ ਬੀਜ ਰਿਹਾ। ਜੇ ਨਾ ਹੀ ਲਿਖਣਾ ਹੈ ਤਾਂ ਕਿਸੇ ਸਖਤ ਕਠੋਰ ਚਟਾਨ ਉੱਪਰ ਲਿਖ, ਜਿਹਨੂੰ ਮਿਟਾਇਆ ਨਾ ਜਾ ਸਕੇ। ਮੈਂ ਸੁਣਿਆ ਕਿ ਉਹ ਬੱਚਾ ਹੱਸਣ ਲੱਗਾ ਤੇ ਉਹਨੇ ਕਿਹਾ, ਜਿਹਨੂੰ ਤੁਸੀਂ ਰੇਤ ਸਮਝ ਰਹੇ ਹੋ ਕਦੀ ਉਹ ਚਟਾਨ ਸੀ, ਤੇ ਜਿਹਨੂੰ ਤੁਸੀਂ ਚਟਾਨ ਕਹਿੰਦੇ ਹੋ ਕਦੀ ਉਹ ਰੇਤ ਹੋ ਜਾਏਗੀ। ਬੱਚੇ ਰੇਤ ਤੇ ਨਾਂ ਲਿਖਦੇ ਹਨ, ਬੁੱਢੇ ਚਟਾਨਾਂ ਉੱਤੇ ਲਿਖਦੇ ਹਨ, ਮੰਦਰਾਂ ਦੇ ਪੱਥਰਾਂ ਉੱਤੇ, ਲੇਕਿਨ ਦੋਵੇਂ ਰੇਤ ਉੱਤੇ ਬਣਾ ਰਹੇ ਹਨ। ਰੇਤ ਉੱਤੇ ਜੋ ਬਣਾਇਆ ਜਾ ਰਿਹਾ ਹੈ ਉਹ ਝੂਠ ਹੈ, ਉਹ ਅਸੱਚ ਹੈ। ਅਸੀਂ ਸਾਰਾ ਜੀਵਨ ਹੀ ਰੇਤ ਉੱਤੇ ਬਣਾਉਂਦੇ ਹਾਂ। ਅਸੀਂ ਸਾਰੀਆਂ ਕਿਸ਼ਤੀਆਂ ਹੀ ਕਾਗਜ਼ ਉੱਤੇ ਬਣਾਉਂਦੇ ਹਾਂ ਤੇ ਵੱਡੇ ਸਮੁੰਦਰ 'ਚ ਛੱਡ ਦਿੰਦੇ ਹਾਂ, ਸੋਚਦੇ ਹਾਂ ਕਿਤੇ ਤਾਂ ਪਹੁੰਚ ਜਾਣਗੀਆਂ। ਕਿਸ਼ਤੀਆਂ ਡੁੱਬਦੀਆਂ ਹਨ, ਨਾਲ ਅਸੀਂ ਡੁੱਬਦੇ ਹਾਂ। ਰੇਤ ਦੇ ਭਵਨ ਡਿੱਗਦੇ ਹਨ, ਨਾਲ ਅਸੀਂ ਡਿੱਗਦੇ ਹਾਂ। ਅਸੱਚ ਰੋਜ਼ ਪੀੜਾ ਦਿੰਦਾ ਹੈ ਤੇ ਅਸੀਂ ਰੋਜ਼ ਅਸੱਚ ਦੀ ਪੀੜਾ ਤੋਂ ਬਚਣ ਲਈ ਹੋਰ ਵੱਡੇ ਅਸੱਚ ਲੱਭ ਲੈਂਦੇ ਹਾਂ। ਤਦ ਜੀਵਨ ਸਰਲ ਕਿਵੇਂ ਹੋ ਸਕਦਾ ਹੈ? ਅਸੱਚ ਨੂੰ ਪਛਾਣੋ ਕਿ ਮੇਰੇ ਜੀਵਨ ਦਾ ਢਾਂਚਾ ਕਿਤੇ ਅਸੱਚ ਤਾਂ ਨਹੀਂ ਹੈ, ਤੇ ਅਸੀਂ ਇੰਨੇ ਹੁਸ਼ਿਆਰ ਹਾਂ ਕਿ ਅਸੀਂ ਛੋਟੀਆਂ-ਮੋਟੀਆਂ ਚੀਜ਼ਾਂ 'ਚ ਅਸੱਚ ਉੱਤੇ ਖੜਾ ਕੀਤਾ ਹੋਵੇ ਆਪਣੇ ਆਪ ਨੂੰ। ਅਜਿਹਾ ਹੀ ਨਹੀਂ ਹੈ। ਅਸੀਂ ਆਪਣੇ ਧਰਮ ਤੱਕ ਨੂੰ ਅਸੱਚ ਉੱਤੇ ਖੜਾ ਕਰ ਰੱਖਿਆ। ਮੈਂ ਇੱਕ ਯਤੀਮਖਾਨੇ ਗਿਆ, ਉੱਥੇ 100 ਬੱਚੇ ਸਨ, ਯਤੀਮ ਬੱਚੇ। ਉਸ ਯਤੀਮਖਾਨੇ ਦੇ ਪ੍ਰਬੰਧਕ ਮੈਨੂੰ ਕਹਿਣ ਲੱਗੇ ਕਿ ਅਸੀਂ ਬੱਚਿਆਂ ਨੂੰ ਧਰਮ ਦੀ ਸਿੱਖਿਆ ਦਿੰਦੇ ਹਾਂ। ਮੈਂ ਕਿਹਾ, ਧਰਮ ਦੀ ਸਿੱਖਿਆ? ਇਹ ਸ਼ਬਦ ਬੜੇ ਵਿਰੋਧੀ ਲੱਗਦੇ ਹਨ। ਅਧਰਮ ਦੀ ਸਿੱਖਿਆ ਹੋ ਸਕਦੀ ਹੈ, ਧਰਮ ਦੀ ਸਿੱਖਿਆ ਕਿਵੇਂ ਹੋਏਗੀ? ਅਵਿਦਿਆ ਦੀ ਸਿੱਖਿਆ ਹੋ ਸਕਦੀ ਹੈ, ਵਿਦਿਆ ਦੀ ਸਿੱਖਿਆ ਬਾਰੇ ਅੱਜ ਤੱਕ ਸੁਣਿਆ ਨਹੀਂ ਗਿਆ। ਨਫ਼ਰਤ ਦੀ ਸਿੱਖਿਆ ਹੋ ਸਕਦੀ ਹੈ, ਯੁੱਧ ਦੀ ਸਿੱਖਿਆ ਹੋ ਸਕਦੀ ਹੈ, ਪਰ ਪ੍ਰੇਮ ਦੇ ਸਕੂਲ ਵਿੱਚ ਅੱਜ ਤੱਕ ਦੇਖੇ ਨਹੀਂ ਗਏ। ਫਿਰ ਵੀ ਤੁਸੀਂ ਕਹਿੰਦੇ ਹੋ ਤਾਂ ਮੈਂ ਚੱਲਾਂ। ਕੀ ਸਿੱਖਿਆ ਦਿੰਦੇ ਹਨ? ਜਾਣਾ। ਉਹ ਮੈਨੂੰ ਖੁਸ਼ੀ ਲੈ ਗਏ ਤੇ ਉਹਨਾਂ ਬੱਚਿਆਂ ਨੇ ਮੇਰੇ ਸਾਹਮਣੇ ਪੁੱਛਣ ਲੱਗੇ, ਈਸ਼ਵਰ ਹੈ? ਉਹਨਾਂ ਬੱਚਿਆਂ ਨੇ ਹੱਥ ਖੜੇ ਕਰ ਦਿੱਤੇ। ਉਹਨਾਂ ਨੂੰ ਜੋ ਸਿਖਾਇਆ ਗਿਆ ਸੀ ਕਿ ਈਸ਼ਵਰ ਹੈ, ਰਟਾਇਆ ਗਿਆ ਕਿ ਈਸ਼ਵਰ ਹੈ, ਉਹਨਾਂ ਨੇ ਹੱਥ ਉੱਪਰ ਚੁੱਕ ਦਿੱਤੇ ਕਿ ਹਾਂ ਈਸ਼ਵਰ ਹੈ। ਉਹਨਾਂ ਤੋਂ ਪੁੱਛਿਆ ਗਿਆ, ਆਤਮਾ ਹੈ? ਉਹਨਾਂ ਬੱਚਿਆਂ ਨੇ ਕਿਹਾ, ਹਾਂ ਆਤਮਾ ਹੈ। ਜਿਵੇਂ ਉਹਨਾਂ ਨੂੰ ਪੁੱਛਿਆ ਜਾਂਦਾ 2 ਤੇ 2 4 ਹੁੰਦੇ ਹਨ, ਤਾਂ ਉਹ ਕਹਿੰਦੇ ਹਨ ਕਿ ਹਾਂ 2 ਤੇ 2 4 ਹੁੰਦੇ ਹਨ। ਫਿਰ ਉਹਨਾਂ ਤੋਂ ਪੁੱਛਿਆ ਗਿਆ, ਪਰਮਾਤਮਾ ਕਿੱਥੇ ਹੈ? ਉਹਨਾਂ ਬੱਚਿਆਂ ਨੇ ਆਪਣੇ ਹਿਰਦੇ ਉੱਤੇ ਹੱਥ ਰੱਖ ਦਿੱਤੇ ਕਿ ਇੱਥੇ। ਮੈਂ ਇੱਕ ਛੋਟੇ ਬੱਚੇ ਕੋਲ ਗਿਆ ਤੇ ਮੈਂ ਕਿਹਾ ਕਿ ਬੇਟੇ, ਦੱਸ ਸਕੋਗੇ ਹਿਰਦਾ ਕਿੱਥੇ ਹੈ? ਉਹਨੇ ਕਿਹਾ, ਇਹ ਤਾਂ ਸਾਨੂੰ ਸਿਖਾਇਆ ਨਹੀਂ ਗਿਆ। ਈਸ਼ਵਰ ਹੈ, ਸਿਖਾ ਦਿੱਤਾ ਗਿਆ। ਸਿਖਾਇਆ ਹੋਇਆ ਈਸ਼ਵਰ ਝੂਠਾ ਹੋ ਗਿਆ, ਜਾਣਿਆ ਹੋਇਆ ਈਸ਼ਵਰ ਸੱਚ ਹੁੰਦਾ ਹੈ। ਇਹ ਜੋ ਬੱਚੇ ਨੇ ਹੱਥ ਉਠਾਏ, ਇਹ ਜਾਣ ਕੇ ਨਹੀਂ ਉਠਾਏ ਕਿ ਈਸ਼ਵਰ ਹੈ। ਇਹ ਕਿਤਾਬ 'ਚ ਲਿਖਿਆ ਹੈ ਕਿ ਈਸ਼ਵਰ ਹੈ। ਇਹ ਅਧਿਆਪਕ ਕਹਿੰਦਾ ਹੈ ਕਿ ਈਸ਼ਵਰ ਹੈ। ਇਹ ਇਮਤਿਹਾਨ ਵਿੱਚ ਉੱਤਰ ਦੇਣਾ ਹੈ ਕਿ ਈਸ਼ਵਰ ਹੈ, ਤਾਂ ਬੱਚੇ ਕਹਿੰਦੇ ਹਨ ਈਸ਼ਵਰ ਹੈ, ਹੱਥ ਉਠਾਉਂਦੇ ਹਨ। ਇਹ ਹੱਥ ਸੱਚੇ ਹਨ। ਇਹ ਹੱਥ ਜੇ ਸੱਚੇ ਹੁੰਦੇ ਤਾਂ ਦੁਨੀਆ ਪਰਮਾਤਮਾ ਦੇ ਪ੍ਰਕਾਸ਼ ਨਾਲ ਭਰ ਗਈ ਹੁੰਦੀ। ਇਹ ਹੱਥ ਝੂਠੇ ਹਨ। ਲੇਕਿਨ ਇਹ ਬੱਚਿਆਂ ਦੇ ਹੱਥ ਵੀ ਝੂਠੇ ਹੁੰਦੇ ਤਾਂ ਵੀ ਠੀਕ ਸੀ। ਬੁੱਢਿਆਂ ਦੇ ਉੱਠੇ ਹੋਏ ਹੱਥ ਵੀ ਇੰਨੇ ਹੀ ਝੂਠੇ ਹਨ, ਕਿਉਂਕਿ ਬਚਪਨ ਵਿੱਚ ਜੋ ਸਿੱਖ ਲਿਆ, ਜੀਵਨ ਭਰ ਆਦਮੀ ਉਸੇ ਨੂੰ ਦੁਹਰਾਉਂਦਾ ਚਲਾ ਜਾਂਦਾ ਹੈ, ਬਿਨਾਂ ਇਸ ਗੱਲ ਨੂੰ ਪੁੱਛੇ ਕਿ ਮੈਂ ਜਾਣ ਕੇ ਕਹਿ ਰਿਹਾ ਜਾਂ ਬਿਨਾਂ ਜਾਣੇ ਕਹਿ ਰਿਹਾ। ਸਾਡੇ ਜੀਵਨ ਦਾ ਢਾਂਚਾ ਹੀ ਅਸੱਚ ਹੈ। ਮੰਦਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਹਾਂ, ਉਹ ਹੱਥ ਵੀ ਝੂਠੇ ਹਨ। ਪਰਮਾਤਮਾ ਦਾ ਭਾਵ ਵੀ ਝੂਠਾ ਹੈ, ਕਿਉਂਕਿ ਪਰਮਾਤਮਾ ਦਾ ਭਾਵ ਜੇ ਸੱਚਾ ਹੁੰਦਾ ਤਾਂ ਇੱਕ ਵਾਰ ਦੇ ਜੁੜੇ ਹੋਏ ਹੱਥ ਹਮੇਸ਼ਾ ਲਈ ਜੁੜੇ ਹੋਏ
ਹੱਥ ਹੋ ਜਾਂਦੇ ਤੇ ਇੱਕ ਵਾਰ ਮੰਦਰ ਦੇ ਕੋਲ ਤੋਂ ਲੰਘ ਜਾਣ ਤੇ ਮੰਦਰ ਦਾ ਛੁੱਟਣਾ ਸੰਭਵ ਹੋ ਜਾਂਦਾ। ਫਿਰ ਤਾਂ ਜਿੱਥੇ ਖੜੇ ਹੋ ਜਾਂਦੇ ਉੱਥੇ ਹੀ ਉਹਦਾ ਮੰਦਰ ਸੀ ਤੇ ਜੋ ਦਿਖਾਈ ਦੇ ਜਾਂਦਾ ਉਸੇ ਦੇ ਵਾਸਤੇ ਉਹਦੇ ਹੱਥ ਜੁੜ ਜਾਂਦੇ। ਲੇਕਿਨ ਅਜਿਹਾ ਦਿਖਾਈ ਨਹੀਂ ਦਿੰਦਾ। ਮਸਜਿਦ ਵਿੱਚ ਜਾਣ ਵਾਲੇ ਲੋਕ ਮੰਦਰ 'ਚ ਜਾਣ ਵਾਲੇ ਲੋਕਾਂ ਦੇ ਕਤਲ ਕਰਦੇ ਹਨ। ਮੰਦਰ 'ਚ ਜਾਣ ਵਾਲੇ ਲੋਕ ਮਸਜਿਦ 'ਚ ਜਾਣ ਵਾਲੇ ਲੋਕਾਂ ਦੀ ਕਤਲ ਕਰ ਦਿੰਦੇ ਹਨ। ਬੜਾ ਅਦਭੁਤ ਧਰਮ ਹੈ, ਬੜਾ ਝੂਠਾ ਧਰਮ ਹੋਏਗਾ। ਲੇਕਿਨ ਸਾਡਾ ਸਾਰਾ ਢਾਂਚਾ, ਸਾਡਾ ਸਾਰਾ ਪੈਟਰਨ, ਸਾਡੇ ਜੀਵਨ ਦੀ ਬੁਨਿਆਦ ਜਿਨ੍ਹਾਂ ਸੱਚਾਂ ਉੱਤੇ ਖੜੀ ਹੈ, ਉਹ ਸਭ ਅਸੀਂ ਵਿਸ਼ਵਾਸ ਦੇ ਝੂਠੇ ਢਾਂਚੇ ਬਣਾ ਰੱਖੇ ਹਨ। ਫਿਰ ਆਦਮੀ ਸਰਲ ਕਿਵੇਂ ਹੋ ਸਕਦਾ ਹੈ? ਸਰਲ ਹੋਣਾ ਹੈ ਤਾਂ ਸਮਝ ਲਓ ਕਿ ਨਹੀਂ ਜਾਣਦਾ ਹਾਂ। ਜੇ ਨਹੀਂ ਜਾਣਦੇ ਪਰਮਾਤਮਾ ਨੂੰ ਤਾਂ ਕਹਿ ਦਿਓ ਨਿਰਮਲਤਾ ਨਾਲ ਕਿ ਨਹੀਂ ਜਾਣਦਾ, ਮੈਨੂੰ ਪਤਾ ਨਹੀਂ, ਮੈਂ ਝੂਠਾ ਹੱਥ ਨਹੀਂ ਖੜਾ ਕਰ ਸਕਦਾ। ਦੁਨੀਆ 'ਚ ਦੋ ਤਰ੍ਹਾਂ ਦੇ ਝੂਠੇ ਹੱਥ ਖੜਾ ਕਰ ਰਹੇ ਹਨ। ਸੋਵੀਅਤ ਰੂਸ ਵਿੱਚ ਇੱਕ ਹੱਥ ਉੱਠ ਰਿਹਾ ਹੈ ਜੋ ਕਹਿੰਦਾ ਪਰਮਾਤਮਾ ਨਹੀਂ ਹੈ। ਉਹ ਵੀ ਸਿਖਾਈ ਹੋਈ ਗੱਲ ਹੈ, ਉਹ ਵੀ ਸਕੂਲ 'ਚ ਦੱਸੀ ਗੱਲ ਹੈ। ਤੇ ਪੂਰਬ ਦੇ ਮੁਲਕਾਂ 'ਚ ਹੱਥ ਉੱਠਦਾ ਹੈ ਈਸ਼ਵਰ ਦੇ ਲਈ ਕਿ ਈਸ਼ਵਰ ਹੈ। ਉਹ ਹੱਥ ਵੀ ਝੂਠ ਹਨ, ਉਹ ਹੱਥ ਵੀ ਸਿਖਾਏ ਹੋਏ ਹਨ। ਜੇ ਤੁਸੀਂ ਸਿੱਖੀਆਂ ਹੋਈਆਂ ਗੱਲਾਂ ਉੱਤੇ ਹੱਥ ਉਠਾ ਰਹੇ ਹੋ, ਵਾਪਸ ਹਟਾ ਲਓ ਆਪਣੇ ਹੱਥ ਨੂੰ, ਸ਼ਾਇਦ ਸਰਲ ਹੋ ਵੀ ਸਕਦੇ ਹੋ। ਇੱਕ ਫਕੀਰ ਇੱਕ ਪਿੰਡ 'ਚ ਠਹਿਰਿਆ ਹੋਇਆ ਸੀ। ਉਹ ਫਕੀਰ ਬੜਾ ਅਦਭੁਤ ਫਕੀਰ ਰਿਹਾ ਹੋਏਗਾ। ਪਿੰਡ ਦੇ ਲੋਕਾਂ ਨੇ ਉਹਨੂੰ ਕਿਹਾ, ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਚੱਲੋ ਸਾਡੀ ਮਸਜਿਦ ਵਿੱਚ, ਥੋੜਾ ਈਸ਼ਵਰ ਦੇ ਸੰਬੰਧ 'ਚ ਸਮਝਾਓ। ਉਹ ਫਕੀਰ ਕਹਿਣ ਲੱਗਾ, ਈਸ਼ਵਰ ਦੇ ਸੰਬੰਧ 'ਚ ਕਦੀ ਕੁਝ ਸਮਝਾਇਆ ਗਿਆ ਹੋਏ ਤਾਂ ਮੈਂ ਵੀ ਸਮਝਾਵਾਂ। ਲੇਕਿਨ ਉਹ ਲੋਕ ਨਾ ਮੰਨੇ। ਜਿੰਨਾ ਫਕੀਰ ਇਨਕਾਰ ਕਰਨ ਲੱਗਾ, ਉਹਨੇ ਲੋਕ ਉਹਦੇ ਪਿੱਛੇ ਪੈ ਗਏ। ਲੋਕਾਂ ਦੀ ਬੁੱਧੀ ਅਜਿਹੀ ਹੈ, ਜਿੱਥੇ ਦਰਵਾਜ਼ੇ ਬੰਦ ਹੁੰਦੇ ਹਨ ਉੱਥੇ ਦਰਵਾਜ਼ੇ ਖੜਕਾਉਣ ਲੱਗਦੇ ਹਨ, ਜਿੱਥੇ ਦਰਵਾਜ਼ੇ ਖੁੱਲ੍ਹੇ ਹਨ ਉੱਥੇ ਜਾਂਦੇ ਹੀ ਨਹੀਂ। ਜਿਸ ਦਰਵਾਜ਼ੇ ਉੱਤੇ ਲਿਖਿਆ ਹੈ ਇੱਥੇ ਝਾਕਣਾ ਮਨਾ, ਉੱਥੇ ਹੀ ਚੱਕਰ ਲਗਾਉਣ ਲੱਗਦੇ ਹਨ। ਉਹ ਫਕੀਰ ਕਹਿਣ ਲੱਗਾ ਕਿ ਨਹੀਂ ਨਹੀਂ, ਮੈਂ ਨਹੀਂ ਜਾਵਾਂਗਾ। ਈਸ਼ਵਰ ਦੇ ਸੰਬੰਧ ਕੀ ਕਿਹਾ ਜਾ ਸਕਦਾ? ਕੁਝ ਵੀ ਨਹੀਂ ਕਿਹਾ ਜਾ ਸਕਦਾ। ਲੇਕਿਨ ਉਹ ਲੋਕ ਨਾ ਮੰਨੇ, ਉਹਨੂੰ ਲੈ ਗਏ। ਨਾ ਮੰਨੇ ਤਾਂ ਗਿਆ। ਮਸਜਿਦ ਵਿੱਚ ਜਾ ਕੇ ਉਹ ਖੜਾ ਹੋ ਗਿਆ ਮੰਚ ਉੱਪਰ ਤੇ ਉਹਨੇ ਕਿਹਾ, ਮੇਰੇ ਦੋਸਤੋ, ਇਹ ਤੋਂ ਪਹਿਲਾਂ ਕਿ ਮੈਂ ਈਸ਼ਵਰ ਦੇ ਸੰਬੰਧ 'ਚ ਕੁਝ ਕਹਾਂ, ਮੈਂ ਤੁਹਾਡੇ ਤੋਂ ਕੁਝ ਪੁੱਛ ਲਵਾਂ। ਪਹਿਲੀ ਗੱਲ, ਈਸ਼ਵਰ ਦੇ ਸੰਬੰਧ 'ਚ ਤੁਸੀਂ ਕੁਝ ਜਾਣਦੇ ਹੋ? ਈਸ਼ਵਰ ਹੈ? ਉਹਨਾਂ ਸਾਰੇ ਲੋਕਾਂ ਨੇ ਹੱਥ ਹਿਲਾ ਦਿੱਤੇ ਕਿ ਅਸੀਂ ਜਾਣਦੇ ਹਾਂ ਕਿ ਈਸ਼ਵਰ ਹੈ। ਫਕੀਰ ਬੋਲਿਆ, ਫਿਰ ਮੈਨੂੰ ਮਾਫ ਕਰੋ, ਜਦੋਂ ਤੁਸੀਂ ਜਾਣਦੇ ਹੋ ਤਾਂ ਮੇਰੇ ਬੋਲਣ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਮੈਂ ਵਾਪਸ ਜਾਂਦਾ। ਮੈਂ ਫਜ਼ੂਲ 'ਚ ਆਪਣਾ ਸਮਾਂ ਤੁਹਾਡਾ ਸਮਾਂ ਕਿਉਂ ਖਰਾਬ ਕਰਾਂ? ਮੈਨੂੰ ਕੀ ਪਤਾ ਹੈ ਕਿ ਤੁਹਾਨੂੰ ਪਤਾ ਹੈ? ਫਿਰ ਤੁਸੀਂ ਮੈਨੂੰ ਕਿਸ ਲਈ ਲਿਆਏ ਹੋ? ਜਦੋਂ ਤੁਹਾਨੂੰ ਪਤਾ ਹੈ ਈਸ਼ਵਰ ਹੈ ਤੇ ਤੁਹਾਡੇ ਹੱਥ ਉੱਠਦੇ ਹਨ ਉਹਦੀ ਗਵਾਹੀ ਵਿੱਚ, ਮੇਰੀ ਕੋਈ ਲੋੜ ਨਹੀਂ ਰਹੀ, ਮੈਂ ਜਾਂਦਾ। ਲੋਕ ਬੜੇ ਹੈਰਾਨ ਹੋਏ। ਮਨ ਹੋਰ ਵਿਆਕੁਲ ਹੋ ਗਿਆ ਕਿ ਇਸ ਆਦਮੀ ਤੋਂ ਸੁਣਨਾ ਜ਼ਰੂਰ ਸੀ। ਭੁੱਲ ਹੋ ਗਈ। ਉਹਨਾਂ ਨੇ ਤੈਅ ਕੀਤਾ ਕਿ ਅਗਲੀ ਵਾਰ ਫਿਰ ਇਹਨੂੰ ਬੁਲਾ ਕੇ ਲਿਆਵੇ। ਹੁਣ ਦੀ ਵਾਰ ਜਦੋਂ ਪੁੱਛੇਗਾ ਕਿ ਜਾਣਦੇ ਹੋ ਈਸ਼ਵਰ ਹੈ, ਤਾਂ ਅਸੀਂ ਕਹਾਂਗੇ ਈਸ਼ਵਰ ਹੈ ਹੀ ਨਹੀਂ, ਅਸੀਂ ਕੁਝ ਵੀ ਨਹੀਂ ਜਾਣਦੇ। ਫਿਰ ਤਾਂ ਬੋਲੇਗਾ। ਦੂਜਾ ਸ਼ੁੱਕਰਵਾਰ ਆ ਗਿਆ। ਫਿਰ ਉਸ ਫਕੀਰ ਦੇ ਕੋਲ ਗਏ ਤੇ ਕਿਹਾ ਕਿ ਚਲੋ ਈਸ਼ਵਰ ਦੇ ਸੰਬੰਧ 'ਚ ਕੁਝ ਸਮਝਾਓ। ਉਹ ਫਕੀਰ ਫਿਰ ਟਾਲ ਮਟੋਲ ਕਰਨ ਲੱਗਾ। ਉਹ ਨਾ ਮੰਨੇ। ਉਹ ਉਹਨੂੰ ਲੈ ਗਏ। ਉਹ ਮੰਚ ਉੱਤੇ ਖੜਾ ਹੋ ਗਿਆ। ਉਹਨੇ ਫਿਰ ਪੁੱਛਿਆ ਕਿ ਮੈਂ ਈਸ਼ਵਰ ਦੇ ਸੰਬੰਧ 'ਚ ਕੁਝ ਕਹਾਂ। ਉਸ ਤੋਂ ਪਹਿਲਾਂ ਇੱਕ ਗੱਲ ਜਾਣ ਲਵਾਂ, ਈਸ਼ਵਰ ਹੈ? ਤੁਹਾਨੂੰ ਕੁਝ ਪਤਾ ਹੈ ਈਸ਼ਵਰ ਦੇ ਹੋਣ ਦਾ? ਲੋਕਾਂ ਨੇ ਕਿਹਾ, ਈਸ਼ਵਰ ਨਹੀਂ ਹੈ ਤੇ ਸਾਨੂੰ ਕੁਝ ਵੀ ਪਤਾ ਨਹੀਂ। ਉਹ ਫਕੀਰ ਬੋਲਿਆ, ਮਾਫ ਕਰਨਾ, ਜਦੋਂ ਈਸ਼ਵਰ ਹੈ ਹੀ ਨਹੀਂ ਤਾਂ ਮੇਰੀ ਕੀ ਜ਼ਰੂਰਤ ਹੈ? ਮੈਂ ਵਾਪਸ ਜਾਣਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਈਸ਼ਵਰ ਨਹੀਂ ਹੈ। ਗੱਲ ਖਤਮ ਹੋ ਗਈ। ਹੁਣ ਹੋਰ ਕੀ ਜਾਣਨ ਨੂੰ ਬਾਕੀ ਰਹਿ ਗਿਆ? ਜਿਨ੍ਹਾਂ ਨੂੰ ਇੱਥੋਂ ਤੱਕ ਪਤਾ ਹੋ ਗਿਆ ਕਿ ਈਸ਼ਵਰ ਨਹੀਂ ਹੈ, ਉਹਨਾਂ ਲਈ ਹੁਣ ਹੋਰ ਜਾਣਨ ਨੂੰ ਬਾਕੀ ਕੀ ਰਹਿ ਗਿਆ? ਆ ਗਈ ਆਖਰੀ ਸੀਮਾ ਗਿਆਨ ਦੀ, ਜਦੋਂ ਇਹ ਵੀ ਜਾਣ ਲਿਆ ਕਿ ਈਸ਼ਵਰ ਨਹੀਂ ਹੈ। ਉਹ ਫਕੀਰ ਵਾਪਸ ਪਰਤ ਗਿਆ। ਲੋਕ ਫਿਰ ਬੜੀ ਮੁਸ਼ਕਿਲ 'ਚ ਪੈ ਗਏ। ਸੁਣਨਾ ਜ਼ਰੂਰ ਸੀ। ਹੁਣ ਹੋਰ ਤੀਬਰ ਇੱਛਾ ਹੋ ਗਈ ਕਿ ਪਤਾ ਨਹੀਂ ਉਹ ਆਦਮੀ ਕੀ ਕਹਿੰਦਾ। ਉਹਨਾਂ ਨੇ ਫਿਰ ਤੈਅ ਕੀਤਾ ਕਿ ਤੀਜਾ ਉੱਤਰ ਤਿਆਰ ਕੀਤਾ ਕਿ ਹੁਣ ਦੀ ਵਾਰ ਜਦੋਂ ਪੁੱਛੇ ਤਾਂ ਅੱਧੇ ਲੋਕ ਕਹਿਣਗੇ ਕਿ ਸਾਨੂੰ ਪਤਾ ਹੈ ਈਸ਼ਵਰ ਹੈ ਤੇ ਅੱਧੇ ਲੋਕ ਕਹਿਣਗੇ ਸਾਨੂੰ ਪਤਾ ਨਹੀਂ ਹੈ ਕਿ ਈਸ਼ਵਰ ਹੈ। ਹੁਣ ਤਾਂ ਕੁਝ ਬੋਲੇਗਾ। ਫਕੀਰ ਆ ਕੇ ਖੜਾ ਹੋ ਗਿਆ ਤੇ ਉਹਨੇ ਕਿਹਾ ਕਿ ਦੋਸਤੋ, ਫਿਰ ਉਹੀ ਸਵਾਲ, ਪਤਾ ਹੈ ਈਸ਼ਵਰ ਹੈ ਜਾਂ ਕਿ ਪਤਾ ਨਹੀਂ ਹੈ? ਜਾਣਦੇ ਹੋ ਕਿ ਨਹੀਂ ਜਾਣਦੇ? ਅੱਧੀ ਮਸਜਿਦ ਦੇ ਲੋਕਾਂ ਨੇ ਕਿਹਾ, ਅੱਧੇ ਲੋਕਾਂ ਨੂੰ ਪਤਾ ਹੈ ਈਸ਼ਵਰ ਹੈ ਤੇ ਅੱਧੇ ਲੋਕਾਂ ਨੇ ਕਿਹਾ ਸਾਨੂੰ ਪਤਾ ਨਹੀਂ ਕਿ ਈਸ਼ਵਰ ਹੈ। ਫਕੀਰ ਨੇ ਕਿਹਾ, ਜਿਨ੍ਹਾਂ ਨੂੰ ਪਤਾ ਹੈ ਉਹ ਉਹਨਾਂ ਨੂੰ ਸਮਝਾ ਦੇਣ, ਜਿਨ੍ਹਾਂ ਨੂੰ ਪਤਾ ਨਹੀਂ ਹੈ ਮੈਂ ਜਾਣਦਾ, ਮੇਰੀ ਕੋਈ ਜ਼ਰੂਰਤ ਨਹੀਂ।
ਉਸ ਫਕੀਰ ਤੋਂ ਮੈਂ ਵੀ ਪੁੱਛਿਆ ਕਿ ਚੌਥੀ ਵਾਰ ਉਹ ਲੋਕ ਆਏ ਕਿ ਨਹੀਂ। ਉਹ ਫਕੀਰ ਕਹਿਣ ਲੱਗਾ ਚੌਥਾ ਉੱਤਰ ਉਹਨਾਂ ਲੋਕਾਂ ਨੂੰ ਨਹੀਂ ਮਿਲ ਸਕਿਆ। ਤਿੰਨਾਂ ਵਿੱਚ ਉੱਤਰ ਖਤਮ ਹੋ ਗਏ, ਫਿਰ ਉਹ ਲੋਕ ਨਹੀਂ ਆਏ। ਮੈਂ ਤਾਂ ਰਾਹ ਦੇਖਦਾ ਰਿਹਾ ਕਿ ਆਉਣ ਤਾਂ ਫਿਰ ਜਾਵਾਂ। ਮੈਂ ਉਸ ਫਕੀਰ ਨੂੰ ਕਿਹਾ ਕਿ ਜੇ ਉਹਨਾਂ ਕੋਲ ਚੌਥਾ ਉੱਤਰ ਹੁੰਦਾ ਤਾਂ ਤੁਸੀਂ ਜਾਂਦੇ। ਉਹ ਕਹਿਣ ਲੱਗਾ ਜੇ ਚੌਥਾ ਉੱਤਰ ਹੁੰਦਾ ਤਾਂ ਮੈਂ ਜ਼ਰੂਰ ਜਾਂਦਾ ਤੇ ਬੋਲਦਾ। ਮੈਂ ਪੁੱਛਿਆ ਚੌਥਾ ਉੱਤਰ ਕੀ ਹੋ ਸਕਦਾ ਸੀ। ਫਕੀਰ ਕਹਿਣ ਲੱਗਾ ਜੇ ਉਹ ਚੁੱਪ ਕਰ ਜਾਂਦੇ, ਕੋਈ ਵੀ ਉੱਤਰ ਨਾ ਦਿੰਦੇ ਤੇ ਮੈਂ ਕੁਝ ਬੋਲਦਾ, ਕਿਉਂਕਿ ਤਦ ਉਹ ਸੱਚੇ ਲੋਕ ਹੁੰਦੇ, ਤਦ ਉਹ ਇੱਕ ਝੂਠੀ ਗੱਲ ਉੱਤੇ ਗਵਾਹੀ ਨਾ ਦਿੰਦੇ, ਤਦ ਉਹ ਮੌਨ ਰਹਿ ਜਾਂਦੇ। ਉਹਨਾਂ ਨੂੰ ਕੁਝ ਵੀ ਪਤਾ ਨਹੀਂ, ਨਾ ਹੋਣ ਦਾ ਨਾ ਹੋਣ ਦਾ, ਤਦ ਉਹ ਆਪਣੇ ਅਗਿਆਨ 'ਚ ਮੌਨ ਰਹਿ ਜਾਂਦੇ। ਅਗਿਆਨ ਉਹਨਾਂ ਦਾ ਸੱਚ ਸੀ, ਸੱਚਾਈ ਸੀ। ਗਿਆਨ ਆਸਤਿਕ ਦਾ ਗਿਆਨ, ਨਾਸਤਿਕ ਦਾ ਗਿਆਨ ਸਭ ਝੂਠ ਹੈ, ਸਿੱਖੀਆਂ ਹੋਈਆਂ ਗੱਲਾਂ। ਜੇ ਉਹ ਚੁੱਪ ਰਹਿ ਜਾਂਦੇ ਤਾਂ ਮੈਂ ਬੋਲਦਾ। ਉਹ ਫਕੀਰ ਕਹਿਣ ਲੱਗਾ ਤੇ ਅੱਜ ਤੱਕ ਸੱਚ ਦੇ ਸਬੰਧ 'ਚ ਤਦ ਹੀ ਸਮਝਾਇਆ ਜਾ ਸਕਿਆ ਹੈ ਜਾਂ ਜਾਣਿਆ ਜਾ ਸਕਿਆ ਹੈ, ਬੋਲਿਆ ਜਾ ਸਕਿਆ, ਇਸ਼ਾਰੇ ਕੀਤੇ ਜਾ ਸਕਿਆ ਜਦੋਂ ਦੂਜੇ ਪਾਸੇ ਸੱਚਾਈ ਨਾਲ ਭਰਿਆ ਹੋਇਆ ਮੌਨ ਹੋਵੇ। ਝੂਠ ਨਾਲ ਭਰੇ ਹੋਏ ਉੱਤਰ ਨਹੀਂ, ਸੱਚਾਈ ਨਾਲ ਭਰਿਆ ਹੋਇਆ ਪ੍ਰਸ਼ਨ ਕਾਫੀ ਹੈ। ਝੂਠ ਨਾਲ ਭਰਿਆ ਹੋਇਆ ਗਿਆਨ ਨਹੀਂ, ਸੱਚਾਈ ਨਾਲ ਭਰਿਆ ਹੋਇਆ ਅਗਿਆਨ ਵੀ ਪਰਮਾਤਮਾ ਵੱਲ ਲੈ ਜਾਣ ਵਾਲਾ ਕਦਮ ਬਣ ਜਾਂਦਾ ਹੈ। ਅਸੀਂ ਪੁੱਛੀਏ ਤੁਹਾਨੂੰ, ਸਾਡਾ ਗਿਆਨ ਸੱਚ ਹੈ? ਸਾਡਾ ਗਿਆਨ ਸੱਚ ਹੈ? ਤੇ ਜਦੋਂ ਸਾਡਾ ਗਿਆਨ ਹੀ ਸੱਚ ਨਹੀਂ ਤਾਂ ਸਾਡਾ ਜੀਵਨ ਕਿਵੇਂ ਸੱਚ ਹੋ ਸਕਦਾ ਹੈ? ਗਿਆਨ ਉੱਤੇ ਤਾਂ ਜੀਵਨ ਖੜਾ ਹੁੰਦਾ ਹੈ, ਲੇਕਿਨ ਅਸੀਂ ਝੂਠ 'ਚ ਭਰਦੇ ਚਲੇ ਜਾਂਦੇ ਹਾਂ। ਅਸੀਂ ਚੁੱਪਚਾਪ ਹਾਮੀ ਭਰਦੇ ਚਲੇ ਜਾਂਦੇ ਹਾਂ। ਚਾਰੇ ਪਾਸੇ ਲੋਕ ਹਾਮੀ ਭਰਦੇ ਹਨ ਤਾਂ ਅਸੀਂ ਵੀ ਹਾਮੀ ਭਰਦੇ ਹਾਂ। ਚਾਰੇ ਪਾਸੇ ਜੋ ਲੋਕ ਕਹਿੰਦੇ ਹਨ ਉਹ ਅਸੀਂ ਵੀ ਕਹਿੰਦੇ ਹਾਂ। ਅਸੀਂ ਭੀੜ ਦਾ ਹਿੱਸਾ ਹੋ ਗਏ ਹਾਂ। ਭੀੜ ਇੱਕ ਝੂਠ ਹੈ। ਅਸੀਂ ਸਮਾਜ ਦਾ ਹਿੱਸਾ ਹੋ ਗਏ ਹਾਂ। ਸਮਾਜ ਇੱਕ ਝੂਠ ਹੈ। ਇੱਕ ਵਾਰ ਇੱਕ ਅਦਭੁਤ ਘਟਨਾ ਵਾਪਰ ਗਈ। ਇੱਕ ਆਦਮੀ ਨੇ ਇੱਕ ਸਮਰਾਟ ਕੋਲ ਆ ਕੇ ਕਿਹਾ, ਤੁਸੀਂ ਸਾਰੀ ਧਰਤੀ ਜਿੱਤ ਲਈ, ਲੇਕਿਨ ਇੱਕ ਚੀਜ਼ ਦੀ ਕਮੀ ਰਹਿ ਗਈ ਤੁਹਾਡੇ ਕੋਲ। ਤੁਹਾਡੇ ਕੋਲ ਦੇਵਤਿਆਂ ਦੇ ਵਸਤਰ ਨਹੀਂ ਹਨ। ਮੈਂ ਤੁਹਾਨੂੰ ਦੇਵਤਿਆਂ ਦੇ ਵਸਤਰ ਲਿਆ ਕੇ ਦੇ ਸਕਦਾ। ਸਮਰਾਟ ਦੇ ਲੋਭ ਨੂੰ ਹੁਲਾਰਾ ਮਿਲਿਆ। ਸੋਚਿਆ ਦੇਵਤਿਆਂ ਦੇ ਵਸਤਰ ਮਿਲ ਜਾਣ ਤਾਂ ਇਸ ਤੋਂ ਸ਼ੁਭ ਹੋਰ ਕੀ ਹੋਏਗਾ। ਉਹਨੇ ਕਿਹਾ ਕਿੰਨਾ ਖਰਚ ਹੋਏਗਾ? ਉਹਨੇ ਕਿਹਾ ਖਰਚ ਤਾਂ ਬਹੁਤ ਹੋਏਗਾ, ਕਿਉਂਕਿ ਆਦਮੀਆਂ ਦੀ ਰਿਸ਼ਵਤ ਦੇਖ ਦੇਖ ਕੇ ਦੇਵਤਾ ਵੀ ਰਿਸ਼ਵਤ ਲੈਣ ਲੱਗੇ ਹਨ। ਬਹੁਤ ਰਿਸ਼ਵਤ ਲੱਗੇਗੀ ਉੱਥੇ ਵੀ ਬੜਾ ਭ੍ਰਿਸ਼ਟਾਚਾਰ ਫੈਲ ਗਿਆ। ਦਿੱਲੀ 'ਚ ਹੀ ਨਹੀਂ, ਇੰਦਰ ਦੀ ਨਗਰੀ 'ਚ ਹੀ ਬਹੁਤ ਭ੍ਰਿਸ਼ਟਾਚਾਰ ਹੈ, ਕਿਉਂਕਿ ਇੱਥੋਂ ਦੇ ਮਰੇ ਹੋਏ ਸਭ ਸਾਬਕਾ ਮਿਨਿਸਟਰ ਉੱਥੇ ਇਕੱਠੇ ਹੋ ਗਏ ਆ ਤੇ ਉਹ ਪੱਧਰ ਕਰ ਰਹੇ ਆ। ਬਹੁਤ ਰਿਸ਼ਵਤ ਮੰਗਦੇ ਆ। ਸਸਤੇ 'ਚ ਕੰਮ ਨਹੀਂ ਹੁੰਦਾ। ਇੱਥੇ ਆਦਮੀ ਤਾਂ 10-5 ਰੁਪਏ ਵਿੱਚ ਵੀ ਮੰਨ ਜਾਂਦਾ, ਤੇ ਦੇਵਤਿਆਂ ਲਈ ਤਾਂ 10-5 ਰੁਪਏ ਦੀ ਕੋਈ ਕੀਮਤ ਨਹੀਂ। ਕਰੋੜਾਂ ਖਰਚ ਹੋ ਜਾਣਗੇ, 10-5 ਕਰੋੜ ਰੁਪਏ ਖਰਚ ਹੋਣਗੇ। ਲੇਕਿਨ ਰਾਜੇ ਦੇ ਮਨ ਨੂੰ ਲੋਭ ਨੇ ਫੜ ਲਿਆ। ਵਿਸ਼ਵਾਸ ਤਾਂ ਨਹੀਂ ਆਉਂਦਾ ਸੀ ਕਿ ਦੇਵਤਿਆਂ ਦੇ ਵਸਤਰ ਕਿਵੇਂ ਆਉਣਗੇ, ਕਦੀ ਦੇਖੇ ਨਹੀਂ ਗਏ। ਲੇਕਿਨ ਫਿਰ ਵੀ ਉਹਨੇ ਕਿਹਾ ਕਿ ਕੋਈ ਹਰਜ਼ ਨਹੀਂ, ਲੇਕਿਨ ਦੇਖੋ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰਨਾ, ਨਹੀਂ ਤੇ ਫਾਂਸੀ ਤੇ ਲਟਕ ਜਾਓਗੇ। ਤੁਹਾਡੇ ਘਰ ਤੇ ਪਹਿਰਾ ਰਹੇਗਾ ਨੰਗੀਆਂ ਤਲਵਾਰਾਂ ਦਾ। ਉਹਨੇ ਕਿਹਾ ਘਰ ਤੇ ਪਹਿਰਾ ਰੱਖੋ, ਕਿਉਂਕਿ ਦੇਵਤਿਆਂ ਦਾ ਰਸਤਾ ਸੜਕ ਤੋਂ ਹੋ ਕੇ ਨਹੀਂ ਜਾਂਦਾ, ਉਹ ਬਹੁਤ ਅੰਦਰੂਨੀ ਰਸਤਾ ਹੈ। ਉਹ ਤਾਂ ਮੈਂ ਘਰ ਦੇ ਅੰਦਰ ਤੋਂ ਦੇਵਤਿਆਂ ਦੇ ਲੋਕ 'ਚ ਚਲਾ ਜਾਵਾਂਗਾ, ਤੁਸੀਂ ਉਹਦੀ ਫਿਕਰ ਨਾ ਕਰੋ। 10 ਕਰੋੜ ਰੁਪਏ ਖਰਚ ਹੋਣੇ ਸਨ। ਉਹ ਰੁਪਏ ਦੇ ਦਿੱਤੇ ਗਏ। ਉਹਦੇ ਘਰ ਦੇ ਕੋਲ ਤਲਵਾਰਾਂ ਦਾ ਪਹਿਰਾ ਲਗਾ ਦਿੱਤਾ। 6 ਮਹੀਨੇ ਬਾਅਦ ਉਹਨੇ ਕਿਹਾ ਮੈਂ ਵਸਤਰ ਲੈ ਕੇ ਆਵਾਂਗਾ, ਕਿਉਂਕਿ ਸਰਕਾਰੀ ਕੰਮਕਾਜ ਹੈ, ਬੜੀ ਮੁਸ਼ਕਿਲ ਨਾਲ ਹੁੰਦਾ ਹੈ, ਲੰਮਾ ਸਮਾਂ ਲੱਗ ਜਾਂਦਾ, 1-2 ਦਿਨਾਂ 'ਚ ਨਹੀਂ ਹੁੰਦਾ। ਸਰਕਾਰੀ ਕੰਮ ਹੈ, ਫਾਈਲ ਤੇ ਫਾਈਲ ਸਰਕੇਗੀ। ਇਸ ਕਲਰਕ ਨੂੰ ਖੁਆਓ, ਉਸ ਦਫ਼ਤਰ 'ਚ ਖੁਆਓ, ਉੱਧਰ ਜਾਓ, ਤਦ ਮੁਸ਼ਕਿਲ ਨਾਲ ਕਿਤੇ ਹੋ ਸਕੇਗਾ। ਕਿਸੇ ਹੋਰ ਪਰੇ ਨੂੰ ਮਨਾਓ, ਤਦ ਕਿਤੇ ਇੰਦਰ ਦੇ ਵਸਤਰ ਮਿਲ ਸਕਣ। ਬਹੁਤ ਮੁਸ਼ਕਿਲ ਹੈ, ਲੇਕਿਨ ਮੈਂ ਕੋਸ਼ਿਸ਼ ਕਰਾਂਗੀ। 6 ਮਹੀਨੇ ਲੰਘ ਗਏ। ਸਾਰੀ ਰਾਜਧਾਨੀ ਉਤਸੁਕ ਹੋ ਉੱਠੀ। ਸਾਰੇ ਦੇਸ਼ 'ਚ ਖਬਰਾਂ ਪਹੁੰਚ ਗਈਆਂ, ਅਦਭੁਤ ਘਟਨਾ ਘਟ ਰਹੀ ਹੈ। ਮਿਰੇਕਲ, ਦੇਵਤਾ ਦੇ ਵਸਤਰ ਧਰਤੀ ਤੇ ਪਹਿਲੀ ਵਾਰ ਆ ਰਹੇ ਹਨ। ਸ਼ੱਕ ਹੈ ਸਾਰਿਆਂ ਨੂੰ, ਸੰਦੇਹ ਹੈ ਸਭ ਨੂੰ, ਲੇਕਿਨ ਨੰਗੀਆਂ ਤਲਵਾਰਾਂ ਦਾ ਪਹਿਰਾ ਹੈ। 6 ਮਹੀਨੇ ਪੂਰੇ ਹੋ ਗਏ। ਸੁਬਾਹ ਸੂਰਜ ਨਿਕਲਿਆ ਤੇ ਉਹ ਆਦਮੀ ਘਰ ਦੇ ਬਾਹਰ ਆ ਗਿਆ। ਉਹ ਆਪਣੇ ਨਾਲ ਇੱਕ ਬਹੁਮੁੱਲੀ ਪੇਟੀ ਲਿਆਇਆ, ਤਾਲੇ ਬੰਦ ਹਨ। ਹੁਣ ਤਾਂ ਕੋਈ ਸ਼ੱਕ ਵੀ ਨਾ ਰਿਹਾ। ਉਹਨੇ ਕਿਹਾ ਰਾਜ ਮਹਿਲ ਲੈ ਚਲੋ। ਨੰਗੀਆਂ ਤਲਵਾਰਾਂ ਦੇ ਪਹਿਰੇ 'ਚੋਂ ਰਾਜ ਮਹਿਲ ਪਹੁੰਚ ਗਿਆ। ਲੱਖਾਂ ਲੋਕਾਂ ਦੀ ਭੀੜ ਸੜਕਾਂ ਤੇ ਇਕੱਠੀ ਹੋ ਗਈ। ਦਰਬਾਰ ਭਰਿਆ, ਦੂਰ ਦੂਰ ਤੋਂ ਰਾਜੇ ਆਏ ਹੈ। ਉਹਨੇ ਜਾ ਕੇ ਦਰਬਾਰ 'ਚ ਪੇਟੀ ਰੱਖੀ ਤਾਂ ਸਮਰਾਟ ਵੀ ਨਿਸ਼ਚਿੰਤ ਹੋ ਗਿਆ ਕਿ ਧੋਖਾ ਨਹੀਂ ਦਿੱਤਾ ਗਿਆ। ਫਿਰ ਉਹਨੇ ਤਾਲਾ ਖੋਲ੍ਹਿਆ। ਫਿਰ ਉਹਨੇ ਸਮਰਾਟ ਨੂੰ ਕਿਹਾ ਤੁਸੀਂ ਕੋਲ ਆ ਜਾਓ ਤੇ ਇਹ ਵਸਤਰ ਮੈਂ ਭੇਟ ਕਰਦਾ। ਉਹਨੇ ਕਿਹਾ ਆਪਣੀ ਪਗੜੀ ਅਲੱਗ ਕਰ ਦਿਓ
ਸਮਰਾਟ ਨੇ ਪਗੜੀ ਹੇਠਾਂ ਰੱਖ ਦਿੱਤੀ। ਉਹਨੇ ਪੇਟੀ ਦੇ ਅੰਦਰ ਹੱਥ ਪਾਇਆ, ਖਾਲੀ ਹੱਥ ਬਾਹਰ ਕੱਢਿਆ ਤੇ ਕਿਹਾ, ਹੁਣ ਇਹ ਪਗੜੀ ਲਓ ਦੇਵਤਿਆਂ ਦੀ। ਸਮਰਾਟ ਨੇ ਦੇਖਿਆ ਹੱਥ ਖਾਲੀ ਹੈ, ਕੋਈ ਪਗੜੀ ਨਹੀਂ। ਫਿਰ ਉਹ ਆਦਮੀ ਹੱਸਣ ਲੱਗਾ। ਉਹਨੇ ਕਿਹਾ, ਦੇਵਤਿਆਂ ਨੇ ਚੱਲਣ ਵੇਲੇ ਮੈਨੂੰ ਕਿਹਾ ਕਿ ਜੀ ਜੋ ਆਪਣੇ ਬਾਪ ਤੋਂ ਪੈਦਾ ਹੋਇਆ ਹੋਏਗਾ ਉਹਨੂੰ ਇਹ ਵਸਤਰ ਦਿਖਾਈ ਦੇਣਗੇ। ਇਹ ਵਸਤਰ ਸਾਰਿਆਂ ਨੂੰ ਦਿਖਾਈ ਨਹੀਂ ਦੇ ਸਕਦੇ। ਰਾਜੇ ਨੂੰ ਖਾਲੀ ਹੱਥ ਦਿਖਾਈ ਦੇ ਰਿਹਾ, ਲੇਕਿਨ ਉਹ ਕਹਿਣ ਲੱਗਾ, ਆਹਾ ਕਿੰਨੀ ਸੁੰਦਰ ਪਗੜੀ ਹੈ, ਇਹੋ ਜੀ ਪਗੜੀ ਕਦੇ ਨਹੀਂ ਦੇਖੀ। ਉਹਨੇ ਉਹ ਪਗੜੀ ਜੋ ਸੀ ਹੀ ਨਹੀਂ ਆਪਣੇ ਸਿਰ ਤੇ ਰੱਖ ਲਈ। ਝੂਠ ਸ਼ੁਰੂ ਹੋ ਗਿਆ, ਝੂਠ ਦਾ ਸਫ਼ਰ ਸ਼ੁਰੂ ਹੋ ਗਿਆ। ਸੋਚਿਆ ਉਹਨੇ ਕਿ ਮੈਂ ਕਹਾਂ ਕਿ ਪਗੜੀ ਦਿਖਾਈ ਨਹੀਂ ਦਿੰਦੀ ਤਾਂ ਮੁਸ਼ਕਿਲ ਹੋਈ। ਆਪਣੇ ਬਾਪ ਤੋਂ ਪੈਦਾ ਨਾ ਹੋਇਆ, ਅਜਿਹੀ ਅਫਵਾਹ ਫੈਲ ਜਾਏਗੀ। ਤੇ ਫਿਰ ਇਹ ਵੀ ਡਰ ਗਿਆ, ਕਿਉਂਕਿ ਜਿਵੇਂ ਹੀ ਦਰਬਾਰ ਦੇ ਲੋਕਾਂ ਨੇ ਸੁਣਿਆ ਕਿ ਵਸਤਰ ਉਹਨਾਂ ਨੂੰ ਦਿਖਾਈ ਦੇਣਗੇ ਜੋ ਆਪਣੇ ਬਾਪ ਤੋਂ ਪੈਦਾ ਹੋਇਆ ਹੋਵੇ, ਦਰਬਾਰੀ ਅੱਗੇ ਵੱਧ ਕੇ ਆ ਗਏ ਤੇ ਪਗੜੀ ਦੀ ਪ੍ਰਸ਼ੰਸਾ ਕਰਨ ਲੱਗੇ। ਕਹਿਣ ਲੱਗੇ, ਹੋ ਅਜਿਹੀ ਸੁੰਦਰ ਪਗੜੀ 10 ਕਰੋੜ ਤਾਂ ਕੁਝ ਵੀ ਨਹੀਂ। ਹੁਣ ਜਦੋਂ ਸਾਰਾ ਦਰਬਾਰ ਕਹਿਣ ਲੱਗਾ, ਰਾਣੀਆਂ ਕਹਿਣ ਲੱਗੀਆਂ, ਵਜ਼ੀਰ ਕਹਿਣ ਲੱਗੇ, ਮਿੱਤਰ ਕਹਿਣ ਲੱਗੇ, ਇੱਕ ਆਦਮੀ ਵੀ ਅਜਿਹਾ ਨਹੀਂ ਉਸ ਦਰਬਾਰ 'ਚ ਜੋ ਕਹੇ ਕਿ ਪਗੜੀ ਮੈਨੂੰ ਦਿਖਾਈ ਨਹੀਂ ਦਿੰਦੀ। ਕਿਉਂਕਿ ਸਾਰੀ ਭੀੜ ਜਦੋਂ ਕਹਿ ਰਹੀ ਹੈ ਪਗੜੀ ਸਾਨੂੰ ਦਿਖਾਈ ਦਿੰਦੀ ਹੈ, ਤੇ ਕੌਣ ਹਿੰਮਤ ਕਰੇ, ਕੌਣ ਕਹੇ ਕਿ ਪਗੜੀ ਦਿਖਾਈ ਨਹੀਂ ਦਿੰਦੀ, ਕੌਣ ਉਲਝੇ, ਕੌਣ ਚੱਕਰਾਂ 'ਚ ਪਏ। ਰਾਜੇ ਨੇ ਪਗੜੀ ਪਹਿਨ ਲਈ। ਅੰਦਰ ਤਾਂ ਪ੍ਰਾਣ ਕੰਬ ਰਹੇ ਹਨ, ਲੇਕਿਨ ਉੱਪਰੋਂ ਮੁਸਕਰਾ ਰਿਹਾ। ਫਿਰ ਕੋਟ ਵੀ ਉਤਰ ਗਿਆ, ਫਿਰ ਧੋਤੀ ਵੀ ਉਤਰ ਗਈ, ਫਿਰ ਇੱਕ ਹੀ ਵਸਤਰ ਰਹਿ ਗਿਆ। ਤਦ ਰਾਜਾ ਘਬਰਾਇਆ, ਹੁਣ ਤਾਂ ਮੈਂ ਨੰਗਾ ਹੋ ਜਾਵਾਂਗਾ। ਇੱਕ ਇੱਕ ਵਸਤਰ ਲੈ ਲਿਆ ਗਿਆ ਤੇ ਝੂਠੇ ਵਸਤਰ ਦੇ ਦਿੱਤੇ ਗਏ ਜੋ ਸਨ ਹੀ ਨਹੀਂ। ਤੇ ਦਰਬਾਰ 'ਚ ਤਾੜੀਆਂ ਵੱਜ ਰਹੀਆਂ ਹਨ ਤੇ ਲੋਕ ਪ੍ਰਸ਼ੰਸਾ ਕਰ ਰਹੇ ਹਨ। ਰਾਜੇ ਨੇ ਇੱਕ ਪਲ ਸੋਚਿਆ ਕਿ ਹੁਣ ਕੀ ਕਰਾਂ, ਲੇਕਿਨ ਝੂਠ 'ਚ ਜੋ ਅੱਗੇ ਵੱਧਦਾ ਹੈ, ਇੱਕ ਝੂਠ ਹੋਰ ਵੱਡੇ ਝੂਠ 'ਚ ਲੈ ਜਾਂਦਾ ਹੈ। ਹੁਣ ਪਿੱਛੇ ਮੁੜਨਾ ਬਹੁਤ ਮੁਸ਼ਕਿਲ ਲੱਗਣ ਲੱਗਾ। ਜੇ ਉਹ ਕਹੇ ਕਿ ਹੁਣ ਮੈਨੂੰ ਕੁਝ ਦਿਖਾਈ ਨਹੀਂ ਦਿੰਦਾ, ਤਾਂ ਉਹ ਕਹੇਗਾ ਇੰਨੀ ਦੇਰ ਤੋਂ ਦਿਖਾਈ ਦੇ ਰਿਹਾ ਸੀ, ਝੂਠ ਬੋਲ ਰਹੇ ਸੀ ਤੁਸੀਂ, ਆਪਣੇ ਬਾਪ ਤੋਂ ਪੈਦਾ ਨਹੀਂ ਹੋਏ ਲੱਗਦੇ। ਮਜਬੂਰੀ ਸੀ, ਉਹਨੂੰ ਅੰਤਿਮ ਵਸਤਰ ਵੀ ਛੱਡ ਕੇ ਨੰਗੇ ਖੜੇ ਹੋ ਜਾਣਾ ਪਿਆ। ਤੇ ਤਦ ਉਸ ਨੰਗੇ ਖੜੇ ਰਾਜੇ ਨੂੰ ਵੇਖ ਕੇ ਲੋਕ ਤਾੜੀਆਂ ਵਜਾਉਣ ਲੱਗੇ। ਹਰ ਇੱਕ ਨੂੰ ਰਾਜਾ ਨੰਗਾ ਦਿਖਾਈ ਦੇ ਰਿਹਾ ਸੀ, ਲੇਕਿਨ ਕੋਈ ਵੀ ਕਹਿੰਦਾ ਨਹੀਂ ਕਿ ਰਾਜਾ ਨੰਗਾ ਹੈ। ਤੇ ਉਸ ਆਦਮੀ ਨੇ ਕਿਹਾ, ਸਮਰਾਟ, ਇਹ ਵਸਤਰ ਪਹਿਲੀ ਵਾਰ ਧਰਤੀ ਤੇ ਆਏ ਹਨ, ਇਹਨਾਂ ਦੀ ਸ਼ੋਭਾ ਯਾਤਰਾ ਨਿਕਲਣੀ ਬਹੁਤ ਜ਼ਰੂਰੀ ਹੈ। ਰਾਜਧਾਨੀ ਦੀਆਂ ਸੜਕਾਂ ਤੇ ਚੱਲੋ ਤੁਸੀਂ ਰੱਥ 'ਚ ਬੈਠ ਕੇ, ਤਾਂ ਕਿ ਸਾਰਾ ਨਗਰ ਵੇਖ ਲਏ ਕਿ ਦੇਵਤਿਆਂ ਦੇ ਵਸਤਰ ਆ ਗਏ ਹਨ। ਲੋਕ ਉਤਸੁਕਤਾ ਨਾਲ ਬਾਹਰ ਰਾਹ ਵੇਖ ਰਹੇ ਹਨ। ਹੁਣ ਰਾਜੇ ਦੇ ਪ੍ਰਾਣ ਕੰਬੇ। ਉਹ ਨੰਗਾ ਖੜਾ ਹੈ, ਘੱਟੋ ਘੱਟ ਆਪਣੇ ਮਹਿਲ ਵਿੱਚ ਹੈ, ਰਾਹ ਵਿੱਚ ਜਾਏ, ਲੇਕਿਨ ਝੂਠ ਦੀ ਯਾਤਰਾ ਸ਼ੁਰੂ ਹੋ ਚੁੱਕੀ ਸੀ। ਹੁਣ ਉਹਨੂੰ ਰੋਕਣਾ ਬੜਾ ਮੁਸ਼ਕਿਲ ਲੱਗਣ ਲੱਗਾ। ਮਜਬੂਰੀ ਹੈ। ਦਰਬਾਰੀ ਵੀ ਕਹਿਣ ਲੱਗੇ ਕਿ ਮਹਾਰਾਜ, ਇਹ ਤਾਂ ਵਸਤਰਾਂ ਦੇ ਸਵਾਗਤ ਲਈ ਜ਼ਰੂਰੀ ਹੈ ਕਿ ਤੁਸੀਂ ਬਾਹਰ ਚੱਲੋ। ਮਹਾਰਾਜ ਨੂੰ ਬਾਹਰ ਵੀ ਜਾਣਾ ਪਿਆ। ਉਹ ਰਾਜਾ ਨੰਗਾ ਹੀ ਰੱਥ ਉੱਤੇ ਸਵਾਰ ਹੋ ਗਿਆ। ਲੱਖਾਂ ਲੋਕਾਂ ਦੀ ਭੀੜ, ਲੱਖਾਂ ਲੋਕ ਵਸਤਰਾਂ ਦੀ ਪ੍ਰਸ਼ੰਸਾ ਕਰ ਰਹੇ ਹਨ, ਕਿਉਂਕਿ ਸ਼ਰਤ ਦਾ ਸਭ ਨੂੰ ਪਤਾ ਲੱਗ ਗਿਆ। ਸਿਰਫ ਭੀੜ 'ਚ ਕੁਝ ਛੋਟੇ ਛੋਟੇ ਬੱਚੇ ਜੋ ਆਪਣੇ ਆਪ ਬਾਪ ਦੇ ਮੋਢਿਆਂ ਤੇ ਚੜ੍ਹ ਕੇ ਰਾਜੇ ਨੂੰ ਦੇਖਣ ਆ ਗਏ, ਉਹ ਆਪਣੇ ਬਾਪ ਦੇ ਕੰਨਾਂ 'ਚ ਕਹਿਣ ਲੱਗੇ, ਪਿਤਾ ਜੀ, ਰਾਜਾ ਨੰਗਾ ਲੱਗਦਾ ਹੈ। ਲੇਕਿਨ ਬਾਪ ਨੇ ਕਿਹਾ, ਚੁੱਪ ਕਮਲੇ, ਨਾ ਸਮਝ, ਰਾਜਾ ਨੰਗਾ ਨਹੀਂ, ਰਾਜੇ ਨੇ ਸੁੰਦਰ ਵਸਤਰ ਪਹਿਨੇ ਆ। ਜਦੋਂ ਤੁਸੀਂ ਵੱਡੇ ਹੋ ਜਾਓਗੇ ਤੁਹਾਨੂੰ ਵੀ ਵਸਤਰ ਦਿਖਾਈ ਦੇਣ ਲੱਗਣਗੇ। ਚੁੱਪ ਰਹੋ, ਅੱਜ ਅਜੇ ਤੁਸੀਂ ਕੱਚੇ ਹੋ। ਬੱਚੇ ਜੇ ਸੱਚ ਬੋਲਦੇ ਵੀ ਹਨ ਤਾਂ ਬੁੱਢੇ ਜੋ ਸੱਚ ਵਿੱਚ ਮਾਹਿਰ ਹੋ ਗਏ ਹਨ ਉਹਨਾਂ ਨੂੰ ਬੋਲਣ ਨਹੀਂ ਦਿੰਦੇ। ਬੱਚੇ ਕਦੀ ਇਸ਼ਾਰਾ ਵੀ ਕਰਦੇ ਹਨ ਕਿ ਮੈਨੂੰ ਇਹ ਦਿਖਾਈ ਨਹੀਂ ਦਿੰਦਾ, ਤਾਂ ਬੁੱਢੇ ਕਹਿੰਦੇ ਆ, ਚੁੱਪ, ਨਾ ਸਮਝ, ਅਜੇ ਤੁਹਾਨੂੰ ਅਨੁਭਵ ਨਹੀਂ, ਅਨੁਭਵ ਤੁਹਾਨੂੰ ਵੀ ਦਿਖਾ ਦੇਗਾ। ਤੇ ਅਨੁਭਵ ਦਿਖਾ ਦਿੰਦਾ ਹੈ, ਕਿਉਂਕਿ ਅਨੁਭਵ ਸਭ ਅਸੱਚ ਵਿੱਚ ਯਾਤਰਾ ਦਾ ਅਨੁਭਵ ਹੈ। ਜਦੋਂ ਉਹ ਵੀ ਬੁੱਢਾ ਹੋ ਜਾਂਦਾ ਹੈ ਉਸੇ ਅਸੱਚ ਦੀ ਯਾਤਰਾ ਵਿੱਚੋਂ ਲੰਘ ਕੇ, ਤਦ ਉਹਨੂੰ ਵੀ ਵਿਖਾਈ ਦੇਣ ਲੱਗਦੇ ਹਨ ਵਸਤਰ। ਅਸੀਂ ਸਾਰੇ ਨੰਗੇ ਰਾਜੇ ਦੇ ਵਸਤਰ ਦੇਖੀ ਜਾ ਰਹੇ ਹਾਂ। ਸਰਲ ਕਿਵੇਂ ਹੋ ਸਕਦੇ ਆ? ਝੂਠੇ ਵਸਤਰਾਂ ਦੀ ਗਵਾਹੀ ਦੇ ਕੇ ਕੋਈ ਸਰਲ ਕਿਵੇਂ ਹੋ ਸਕਦਾ ਹੈ? ਤੁਹਾਨੂੰ ਮੰਦਰ ਦੀ ਮੂਰਤੀ 'ਚ ਕਦੀ ਭਗਵਾਨ ਦਿਖਾਈ ਦਿੱਤੇ? ਨਹੀਂ ਦਿਖਾਈ ਦਿੱਤੇ, ਤਾਂ ਤੁਸੀਂ ਕਿਉਂ ਕਿਹਾ ਕਿ ਉੱਥੇ ਭਗਵਾਨ ਹੈ? ਤੇ ਜੇ ਦਿਖਾਈ ਦੇ ਗਏ ਹੈ ਤਾਂ ਉੱਥੇ ਫਿਰ ਇਸ ਧਰਤੀ ਉੱਤੇ ਕੋਈ ਅਜਿਹੀ ਥਾਂ ਹੋ ਸਕਦੀ ਹੈ ਜਿੱਥੇ ਦਿਖਾਈ ਨਾ ਦਿੰਦੇ ਹੋਣ? ਕਿਸੇ ਮਸਜਿਦ ਕਦੀ ਉਹਦੀ ਝਲਕ ਮਿਲੀ ਹੈ? ਕਿਸੇ ਸ਼ਾਸਤਰ ਵਿੱਚ ਕਦੀ ਕਿਸੇ ਸ਼ਬਦ ਵਿੱਚ ਸੱਚ ਮੂਰਤੀਮਾਨ ਹੋਇਆ? ਲੇਕਿਨ ਕਿਉਂ ਗਵਾਹੀ ਦਿੱਤੀ ਹੈ? ਕਿਉਂ ਵਿਟਨੈਸ ਬਣੇ ਕਿ ਇੱਥੇ ਮੈਨੂੰ ਸੱਚ ਦਿਖਾਈ ਦਿੰਦਾ, ਇੱਥੇ ਮੈਨੂੰ ਭਗਵਾਨ ਦਿਖਾਈ ਦਿੰਦੇ ਆ? ਇਹ ਜੋ ਝੂਠ ਦੀ ਗਵਾਹੀ ਦਿੱਤੀ ਹੈ, ਤਾਂ ਫਿਰ ਸਰਲ ਨਹੀਂ ਹੋ ਸਕਦੇ ਹੋ, ਨਹੀਂ ਹੋ ਸਕਦੇ ਹੋ। ਕੋਈ ਰਾਹ ਨਹੀਂ ਹੈ ਫਿਰ ਸਰਲ ਹੋਣ ਦਾ। ਪਹਿਲੀ ਗੱਲ, ਪਹਿਲਾ ਸੂਤਰ ਸਮਝ ਲਓ, ਸਰਲ ਹੋ ਜਾਣ ਲਈ ਅਸੱਚ ਤੋਂ ਆਪਣੀ ਗਵਾਹੀ ਅਲੱਗ ਕਰ ਲਓ। ਵਿਟਨੈਸ ਨਾ ਬਣੋ ਅਸੱਚ ਦੇ, ਗਵਾਹ ਨਾ ਬਣੋ ਅਸੱਚ ਦੇ। ਅਸੀਂ ਸਾਰੇ ਗਵਾਹ ਹਾਂ, ਸਾਡੇ ਵਿੱਚੋਂ ਸੱਚ ਦਾ ਗਵਾਹ ਕੋਈ ਵੀ ਨਹੀਂ।
ਕਿਉਂਕਿ ਜੋ ਸੱਚ ਦਾ ਗਵਾਹ ਹੈ ਉਹ ਪਰਮਾਤਮਾ ਦਾ ਸਾਕਸ਼ੀ ਹੋ ਜਾਂਦਾ ਹੈ। ਸੱਚ ਦੀ ਗਵਾਹੀ ਹੈ। ਸਵੇਰ ਤੋਂ ਸ਼ਾਮ ਤੱਕ, ਜਨਮ ਤੋਂ ਲੈ ਕੇ ਮੌਤ ਤੱਕ ਸਾਰੀ ਜ਼ਿੰਦਗੀ ਸੱਚ ਦੀ ਗਵਾਹੀ ਹੈ ਤੇ ਰੋਜ਼-ਰੋਜ਼ ਸੱਚ ਦੀ ਯਾਤਰਾ ਵੱਧਦੀ ਚਲੀ ਜਾਂਦੀ ਹੈ, ਵੱਧਦੀ ਚਲੀ ਜਾਂਦੀ ਹੈ, ਵੱਧਦੀ ਚਲੀ ਜਾਂਦੀ ਹੈ। ਧਰਮ ਸਾਡਾ ਸੱਚ ਹੈ, ਜੀਵਨ ਦੇ ਸੰਬੰਧ ਸਾਡੇ ਸੱਚ। ਬੇਟੇ ਨੂੰ ਬਾਪ ਕਹਿੰਦਾ ਹੈ ਕਿ ਮੈਂ ਤੈਨੂੰ ਪ੍ਰੇਮ ਕਰਦਾ ਤੇ ਇਹੋ ਬਾਪ ਬੇਟੇ ਨੂੰ ਯੁੱਧ 'ਚ ਭੇਜ ਦਿੰਦਾ ਹੈ ਕਿ ਜਾ ਤੂੰ ਲੜ ਤੇ ਮਰ। ਤਦ ਕਹਿੰਦਾ ਦੇਸ਼ ਸੇਵਾ ਲਈ ਘੱਲਣਾ ਬਹੁਤ ਜ਼ਰੂਰੀ ਸੀ। ਜੇ ਦੁਨੀਆ 'ਚ ਬਾਪ ਆਪਣੇ ਬੇਟਿਆਂ ਨੂੰ ਪ੍ਰੇਮ ਕਰਦੇ ਹੁੰਦੇ, ਧਰਤੀ ਉੱਤੇ ਅੱਜ ਤੱਕ ਕੋਈ ਯੁੱਧ ਸੰਭਵ ਨਹੀਂ ਸੀ। ਕੌਣ ਆਪਣੇ ਬੇਟਿਆਂ ਨੂੰ ਕਟਵਾਉਣ ਭੇਜਦਾ? ਲੇਕਿਨ ਕਿਸੇ ਬਾਪ ਨੇ ਆਪਣੇ ਬੇਟੇ ਨੂੰ ਪ੍ਰੇਮ ਨਹੀਂ ਕੀਤਾ। ਕਹਿੰਦਾ ਹੈ ਮੈਂ ਪ੍ਰੇਮ ਕਰਦਾ। ਕੌਣ ਕਟਵਾਉਂਦਾ ਯੁੱਧਾਂ 'ਚ? ਪਹਿਲੀ ਸੰਸਾਰ ਜੰਗ 'ਚ 7.5 ਕਰੋੜ ਲੋਕ ਮਾਰੇ ਗਏ। ਦੂਜੀ ਸੰਸਾਰ ਯੁੱਧ 'ਚ 10 ਕਰੋੜ ਲੋਕ ਮਾਰੇ ਗਏ। ਕਿਹਨਾਂ ਨੇ ਕਟਵਾਏ ਲੜਕੇ? ਰੋਜ਼ ਲੜਕੇ ਕੱਟ ਰਹੇ ਹਨ। ਇਹ ਕੌਣ ਕਟਵਾ ਰਿਹਾ ਹੈ? ਕੌਣ ਭੇਜ ਰਿਹਾ? ਮਾਂ ਭੇਜਦੀ ਹੈ, ਪਤਨੀ ਭੇਜਦੀ ਹੈ, ਬਾਪ ਭੇਜਦਾ, ਭਰਾ ਭੇਜਦਾ, ਬੇਟੇ ਭੇਜਦੇ ਆ, ਮਿੱਤਰ ਭੇਜਦੇ ਆ। ਤੇ ਅਸੀਂ ਕਹੀ ਜਾਂਦੇ ਕਿ ਅਸੀਂ ਪ੍ਰੇਮ ਕਰਦੇ ਹਾਂ ਤੇ ਅਸੀਂ ਚੀਕ ਕੇ ਕਹਿੰਦੇ ਹਾਂ ਕਿ ਅਸੀਂ ਪ੍ਰੇਮ ਕਰਦੇ ਹਾਂ। ਇਹ ਸਾਡਾ ਪ੍ਰੇਮ ਬੜਾ ਝੂਠਾ ਲੱਗਦਾ। ਕੌਣ ਕਿਸ ਨੂੰ ਪ੍ਰੇਮ ਕਰ ਰਿਹਾ ਹੈ? ਤੇ ਜੇ ਇੱਕ ਵਾਰ ਪ੍ਰੇਮ ਕਰਨ 'ਚ ਸਮਰੱਥ ਹੋ ਜਾਏਗਾ, ਕਿ ਤੁਸੀਂ ਜਾਣਦੇ ਹੋ ਕਿ ਪਰਮਾਤਮਾ ਤੋਂ ਦੂਰ ਰਹਿ ਸਕੇਗਾ ਇੱਕ ਪਲ ਲਈ ਵੀ? ਜਿੱਥੇ ਪ੍ਰੇਮ ਦਾ ਦੁਆਰ ਖੁੱਲ ਗਿਆ ਉੱਥੇ ਪ੍ਰਭੂ ਦੇ ਮੰਦਰ ਦਾ ਦੁਆਰ ਵੀ ਖੁੱਲ ਜਾਂਦਾ ਹੈ। ਰਾਮਾਨੁਜ ਇੱਕ ਪਿੰਡ 'ਚ ਠਹਿਰੇ ਸਨ। ਇੱਕ ਆਦਮੀ ਉਹਨਾਂ ਕੋਲ ਆ ਗਿਆ, ਕਹਿਣ ਲੱਗਾ ਕਿ ਪ੍ਰਭੂ ਨੂੰ ਮਿਲਣਾ ਹੈ, ਮੈਂ ਪਰਮਾਤਮਾ ਵੱਲ ਜਾਣਾ ਹੈ, ਮੈਨੂੰ ਰਾਹ ਦੱਸੋ। ਰਾਮਾਨੁਜ ਨੇ ਉਹਨੂੰ ਹੇਠਾਂ ਤੋਂ ਉੱਪਰ ਤੱਕ ਦੇਖਿਆ ਤੇ ਕਿਹਾ ਕਿ ਮੇਰੇ ਦੋਸਤ, ਮੇਰੇ ਭਰਾ, ਤੁਸੀਂ ਕਦੀ ਕਿਸੇ ਨੂੰ ਪ੍ਰੇਮ ਕੀਤਾ? ਉਹ ਆਦਮੀ ਕਹਿਣ ਲੱਗਾ ਪ੍ਰੇਮ ਦੀਆਂ ਗੱਲਾਂ ਨਾ ਕਰੋ, ਮੈਂ ਪਰਮਾਤਮਾ ਤੱਕ ਜਾਣਾ, ਇਹ ਪ੍ਰੇਮ ਵਗੈਰਾ ਦੇ ਚੱਕਰ 'ਚ ਮੈਂ ਕਦੀ ਨਹੀਂ ਪਿਆ, ਮੈਨੂੰ ਰਾਹ ਦੱਸੋ ਪ੍ਰਭੂ ਦਾ। ਰਾਮਾਨੁਜ ਫਿਰ ਥੋੜ੍ਹੀ ਦੇਰ ਚੁੱਪ ਰਹੇ ਤੇ ਫਿਰ ਪੁੱਛਿਆ ਕਿ ਮੇਰੇ ਦੋਸਤ, ਕੀ ਤੁਸੀਂ ਦੱਸ ਸਕਦੇ ਹੋ ਤੁਸੀਂ ਕਦੀ ਕਿਸੇ ਨੂੰ ਪ੍ਰੇਮ ਕੀਤਾ ਹੋਵੇ? ਉਸ ਆਦਮੀ ਨੇ ਕਿਹਾ ਕਿ ਤੁਸੀਂ ਪ੍ਰੇਮ ਹੀ ਪ੍ਰੇਮ ਪੁੱਛੀ ਜਾਂਦੇ ਹੋ, ਮੈਂ ਪਰਮਾਤਮਾ ਨੂੰ ਖੋਜਣਾ, ਪ੍ਰੇਮ ਨਾਲ ਮੇਰਾ ਕੀ ਲੈਣਾ ਦੇਣਾ? ਉਹ ਆਦਮੀ ਗੁੱਸੇ 'ਚ ਖੜਾ ਹੋ ਗਿਆ ਤੇ ਉਹਨੇ ਕਿਹਾ ਇਹ ਕੀ ਪਾਗਲਪਨ ਹੈ, ਮੈਂ ਪ੍ਰਭੂ ਦਾ ਰਾਹ ਪੁੱਛਦਾ, ਮੈਂ ਪੱਛਮ ਦੀ ਪੁੱਛਦਾ ਤੇ ਤੁਸੀਂ ਪੂਰਬ ਦੀ ਦੱਸਦੇ ਹੋ, ਮੈਂ ਪ੍ਰੇਮ ਦੀ ਗੱਲ ਨਹੀਂ ਪੁੱਛ ਰਿਹਾ। ਰਾਮਾਨੁਜ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹਨਾਂ ਨੇ ਕਿਹਾ ਫਿਰ ਤੁਸੀਂ ਜਾਓ, ਤੁਸੀਂ ਜੇ ਕਿਸੇ ਨੂੰ ਵੀ ਪ੍ਰੇਮ ਕੀਤਾ ਹੁੰਦਾ ਤਾਂ ਉਸੇ ਪ੍ਰੇਮ ਨੂੰ ਪ੍ਰਾਰਥਨਾ ਵਿੱਚ ਬਦਲਿਆ ਜਾ ਸਕਦਾ ਸੀ। ਤੁਸੀਂ ਜੇ ਇੱਕ ਨੂੰ ਵੀ ਪ੍ਰੇਮ ਕੀਤਾ ਹੁੰਦਾ ਤਾਂ ਉਸੇ ਪ੍ਰੇਮ ਦੇ ਦੁਆਰ ਰਾਹੀਂ ਇੱਕ ਵਿੱਚ ਦਾ ਪਰਮਾਤਮਾ ਘੱਟ ਤੋਂ ਘੱਟ ਦਿਖਾਈ ਦੇ ਜਾਂਦਾ, ਤੇ ਜਿਹਨੂੰ ਇੱਕ ਵਿੱਚ ਦਿਖਾਈ ਦੇ ਜਾਂਦਾ ਹੈ ਫਿਰ ਕੋਈ ਮਾਮਲਾ ਬਹੁਤਾ ਵੱਡਾ ਨਹੀਂ, ਉਹਨੂੰ ਸਭ 'ਚ ਦਿਖਾਈ ਦੇ ਸਕਦਾ ਹੈ। ਲੇਕਿਨ ਤੁਸੀਂ ਕਹਿੰਦੇ ਹੋ ਮੈਂ ਕਦੀ ਕਿਸੇ ਨੂੰ ਪ੍ਰੇਮ ਹੀ ਨਹੀਂ ਕੀਤਾ। ਫਿਰ ਮੈਂ ਅਸਮਰਥ ਹਾਂ ਤੁਹਾਨੂੰ ਪਰਮਾਤਮਾ ਤੱਕ ਲਿਜਾਣ ਵਿੱਚ, ਤੁਸੀਂ ਕਿਤੇ ਹੋਰ ਭਾਲੋ, ਕਿਤੇ ਹੋਰ ਜਾਓ। ਅਸੀਂ ਕਹਿੰਦੇ ਹਾਂ ਕਿ ਅਸੀਂ ਪ੍ਰੇਮ ਕੀਤਾ, ਅਸੀਂ ਪ੍ਰੇਮ ਕਰਦੇ ਹਾਂ। ਜੋ ਆਦਮੀ ਪ੍ਰੇਮ ਕਰ ਲਏ ਉਹਦੇ ਲਈ ਪ੍ਰਭੂ ਤੋਂ ਜ਼ਿਆਦਾ ਨੇੜਤਾ ਹੋਰ ਕੋਈ ਨਹੀਂ ਰਹਿ ਜਾਂਦੀ, ਕਿਉਂਕਿ ਪ੍ਰੇਮ ਦੇ ਪਲ ਵਿੱਚ ਹੀ ਉਹ ਪ੍ਰਗਟ ਹੁੰਦਾ ਹੈ। ਗਿਆਨ ਦੇ ਪਲ 'ਚ ਨਹੀਂ, ਕਿਉਂਕਿ ਗਿਆਨ ਤੋੜਦਾ ਹੈ, ਪ੍ਰੇਮ ਦੇ ਪਲ 'ਚ ਕਿਉਂਕਿ ਪ੍ਰੇਮ ਜੋੜਦਾ ਹੈ। ਗਿਆਨੀ ਨੂੰ ਪ੍ਰਗਟ ਨਹੀਂ ਹੁੰਦਾ ਕਿਉਂਕਿ ਗਿਆਨੀ ਦਾ ਹੰਕਾਰ ਹੈ ਕਿ ਮੈਂ ਜਾਣਦਾ। ਪ੍ਰੇਮੀ ਨੂੰ ਪ੍ਰਗਟ ਹੁੰਦਾ ਹੈ ਕਿਉਂਕਿ ਪ੍ਰੇਮੀ ਕਹਿੰਦਾ ਹੈ ਕਿ ਮੈਂ ਹਾਂ ਹੀ ਨਹੀਂ। ਤਾਂ ਅਸੀਂ ਜਿਸ ਨੂੰ ਪ੍ਰੇਮ ਕਹਿੰਦੇ ਹਾਂ ਉਹ ਜ਼ਰੂਰ ਝੂਠਾ ਪ੍ਰੇਮ ਹੋਏਗਾ, ਨਹੀਂ ਤਾਂ ਉਹ ਪ੍ਰੇਮ ਪਰਮਾਤਮਾ ਤੱਕ ਪਹੁੰਚਾ ਦਿੰਦਾ। ਸਾਡਾ ਧਰਮ ਝੂਠਾ, ਸਾਡਾ ਪ੍ਰੇਮ ਝੂਠਾ, ਸਾਡੀ ਪ੍ਰਾਰਥਨਾ ਝੂਠੀ। ਇੱਕ ਕਿਸ਼ਤੀ ਸਮੁੰਦਰ 'ਚ ਡਿੱਕੋ ਡੋਲੇ ਖਾ ਰਹੀ ਹੈ, ਤੂਫਾਨ ਆ ਗਿਆ ਜ਼ੋਰ ਦਾ, ਕਿਸ਼ਤੀ ਦੇ ਯਾਤਰੀ ਕੰਬ ਰਹੇ ਹਨ, ਉਹਨਾਂ ਦੇ ਪ੍ਰਾਣ ਕੰਬ ਰਹੇ ਹਨ, ਉਹ ਸਭ ਗੋਡੇ ਟੇਕ ਕੇ ਪ੍ਰਾਰਥਨਾ ਕਰ ਰਹੇ ਹਨ ਪਰਮਾਤਮਾ ਨੂੰ ਕਿ ਬਚਾ ਲਓ, ਅਸੀਂ ਇੰਨਾ ਧਨ ਦਾਨ ਕਰਾਂਗੇ, ਅਸੀਂ ਇੰਨਾ ਤਿਆਗ ਕਰਾਂਗੇ, ਮੈਂ ਮੰਦਰ ਬਣਵਾ ਦਿਆਂਗਾ, ਮੈਂ ਮਸਜਿਦ ਬਣਵਾ ਦਿਆਂਗਾ, ਮੈਂ ਗੀਤਾ ਦੀਆਂ 1000 ਕਾਪੀਆਂ ਛਪਵਾ ਕੇ ਵੰਡਵਾ ਦਿਆਂਗਾ, ਮੈਂ ਯੱਗ ਕਰਵਾ ਦਿਆਂਗਾ, ਮੈਂ ਇੰਨੇ ਬਾਹਮਣਾਂ ਨੂੰ ਖਵਾ ਦਿਆਂਗਾ। ਉਹ ਸਾਰੇ ਯਾਤਰੀ ਪ੍ਰਾਰਥਨਾ ਕਰ ਰਹੇ ਹਨ। ਲੇਕਿਨ ਇੱਕ ਸੰਨਿਆਸੀ, ਇੱਕ ਫਕੀਰ ਉੱਥੇ ਬੈਠਾ ਹੋਇਆ, ਉਹ ਚੁੱਪਚਾਪ ਬੈਠਾ ਹੈ। ਲੋਕ ਉਸ ਨਾਲ ਨਾਰਾਜ਼ ਹੋ ਗਏ ਤੇ ਕਹਿਣ ਲੱਗੇ ਤੁਸੀਂ ਕੁਝ ਕਰੋ ਪ੍ਰਾਰਥਨਾ, ਸ਼ਾਇਦ ਤੁਹਾਡੀ ਸੁਣ ਲਵੇ, ਤੁਸੀਂ ਚੁੱਪ ਕਿਉਂ ਬੈਠੇ ਹੋ? ਇਸ ਦੁਰਘਟਨਾ ਦੀ ਘੜੀ ਵਿੱਚ ਕਿਸ਼ਤੀ ਡਵਾਂਡੋਲ ਹੈ, ਇੱਕ ਪਲ 'ਚ ਡੁੱਬ ਸਕਦੀ ਹੈ। ਉਹ ਫਕੀਰ ਹੱਸ ਰਿਹਾ ਹੈ, ਉਹ ਚੁੱਪ ਬੈਠਾ ਹੈ, ਉਹ ਪ੍ਰਾਰਥਨਾ ਕਰ ਰਹੇ ਹਨ। ਤਦੇ ਉਹ ਵਿਚਕਾਰ ਚੀਕਿਆ ਕਿ ਠਹਿਰੋ ਠਹਿਰੋ, ਵਚਨ ਨਾ ਦੇ ਦੇਣਾ, ਕਿਸ਼ਤੀ ਨੇੜੇ ਪਹੁੰਚ ਰਹੀ ਹੈ, ਕਿਨਾਰਾ ਨੇੜੇ ਆ ਗਿਆ ਹੈ, ਖਤਰੇ ਤੋਂ ਅਸੀਂ ਬਾਹਰ ਹਾਂ। ਉਹ ਸਾਰੇ ਲੋਕ ਅੱਧੀ ਪ੍ਰਾਰਥਨਾ ਛੱਡ ਕੇ ਸਮਾਨ ਬੰਨਣ ਲੱਗੇ। ਲੇਕਿਨ ਇੱਕ ਆਦਮੀ ਉਸ ਦੌਰਾਨ ਝੰਜਟ 'ਚ ਪੈ ਚੁੱਕਾ ਸੀ। ਉਹ ਆਦਮੀ ਅਰਬਪਤੀ ਸੀ। ਉਹ ਇਸ ਕਿਸ਼ਤੀ 'ਚ ਅਰਬਾਂ ਰੁਪਏ ਕਮਾ ਕੇ ਵਾਪਸ ਪਰਤ ਰਿਹਾ ਸੀ। ਉਹ ਇੰਨਾ ਘਬਰਾ ਗਿਆ ਕਿ ਉਹਨੇ ਭਗਵਾਨ ਨੂੰ ਕਿਹਾ ਕਿ ਹੇ ਭਗਵਾਨ, ਜੇ ਮੈਂ ਬਚ ਗਿਆ, ਕਿਸ਼ਤੀ ਬਚ ਗਈ ਤਾਂ ਮੇਰਾ
ਰਾਜਧਾਨੀ ਦਾ ਜੋ ਮਹਿਲ ਹੈ ਜਿਹਦੀ ਕੀਮਤ 5 ਲੱਖ ਰੁਪਏ ਹੈ ਉਹ ਮੈਂ ਤੈਨੂੰ ਦਾਨ ਕਰ ਦਿਆਂਗਾ। ਤੇਰਾ ਮੰਦਰ ਬਣਵਾ ਦਿਆਂਗਾ ਉੱਥੇ, ਜਾਂ ਉਹਨੂੰ ਵੇਚ ਕੇ ਗਰੀਬਾਂ ਨੂੰ ਵੰਡ ਦਿਆਂਗਾ, ਬਚਾ ਲੈ। ਗਰੀਬਾਂ ਨੂੰ ਵੰਡ ਦਿਆਂਗਾ ਜਾਂ ਮੰਦਰ ਬਣਵਾ ਦਿਆਂਗਾ। ਉਹ ਇਹ ਵਚਨ ਦੇ ਚੁੱਕਾ ਸੀ। ਹੋਰ ਤਾਂ ਸਾਰੇ ਲੋਕਾਂ ਨੇ ਅਜੇ ਸ਼ੁਰੂ ਹੀ ਕੀਤਾ ਸੀ, ਵਚਨ ਨਹੀਂ ਦਿੱਤਾ ਸੀ। ਉਹ ਆਦਮੀ ਫਸ ਗਿਆ ਤੇ ਕਿਸ਼ਤੀ ਕਿਨਾਰੇ ਪਹੁੰਚ ਗਈ। ਹੁਣ ਉਹਦੇ ਪ੍ਰਾਣ ਬੜੇ ਸੰਕਟ 'ਚ ਪਏ ਕਿ ਉਹ 5 ਲੱਖ ਰੁਪਏ ਦਾ ਕੀ ਹੋਏਗਾ, ਉਸ ਮਕਾਨ ਦਾ ਕੀ ਹੋਏਗਾ। ਉਹਨੇ ਉਸ ਫਕੀਰ ਨੂੰ ਕਿਹਾ ਕਿ ਤੁਸੀਂ ਬਹੁਤ ਬੁੱਧੀਮਾਨ ਲੱਗਦੇ ਹੋ, ਹੁਣ ਮੈਂ ਕੀ ਕਰਾਂ, ਮੈਂ ਤਾਂ ਫਸ ਗਿਆ, ਮੈਂ ਤਾਂ ਭਰੋਸਾ ਦੇ ਦਿੱਤਾ ਭਗਵਾਨ ਨੂੰ, ਮੈਂ ਕੀ ਕਰਾਂ। ਉਸ ਫਕੀਰ ਨੇ ਕਿਹਾ ਘਬਰਾਓ ਨਾ, ਤੁਸੀਂ ਜ਼ਰੂਰ ਕੋਈ ਤਰਕੀਬ ਕੱਢ ਲਓਗੇ, ਕਿਉਂਕਿ ਆਦਮੀ ਦੀਆਂ ਪ੍ਰਾਰਥਨਾਵਾਂ ਇੰਨੀਆਂ ਝੂਠੀਆਂ ਹਨ ਕਿ ਉਹਨਾਂ ਵਿੱਚ ਦਿੱਤੇ ਗਏ ਵਚਨਾਂ ਦਾ ਕੋਈ ਅਰਥ ਨਹੀਂ, ਲੇਕਿਨ ਤੁਸੀਂ ਕੋਈ ਜ਼ਰੂਰ ਰਾਹ ਕੱਢ ਲਓਗੇ। ਘਬਰਾਓ ਨਾ, ਤੁਸੀਂ ਬੜੇ ਹੁਸ਼ਿਆਰ ਆਦਮੀ ਲੱਗਦੇ ਹੋ, ਨਹੀਂ ਤਾਂ ਕਰੋੜਾਂ ਕਮਾਉਣਾ ਵੀ ਬਹੁਤ ਔਖਾ ਹੈ। ਤੁਸੀਂ ਬੜੇ ਚਲਾਕ ਆਦਮੀ ਹੋ। ਤੇ 15 ਦਿਨਾਂ ਬਾਅਦ ਉਸ ਆਦਮੀ ਨੇ ਤਰਕੀਬ ਕੱਢ ਲਈ ਤੇ ਉਹਨੇ ਉਹ ਮਕਾਨ 5 ਲੱਖ ਰੁਪਏ ਦਾ ਗਰੀਬਾਂ ਨੂੰ ਵੰਡ ਦਿੱਤਾ। ਕਿਵੇਂ ਵੰਡ ਦਿੱਤਾ? ਉਹਨੇ ਸਿੱਧੀ ਤਰਕੀਬ ਕੱਢ ਲਈ, ਇੱਕ ਗਣਿਤ ਦਾ ਹਿਸਾਬ ਕੱਢ ਲਿਆ। ਉਹਨੇ ਪਿੰਡ 'ਚ ਖਬਰ ਕਰ ਦਿੱਤੀ ਕਿ ਮੈਂ ਮਕਾਨ ਨਿਲਾਮ ਕਰ ਦੇਣਾ। 5 ਲੱਖ ਰੁਪਏ ਦਾ ਮਕਾਨ ਹੈ, ਸਭ ਨੂੰ ਪਤਾ ਹੈ, ਮੈਂ ਮਕਾਨ ਨਿਲਾਮ ਕਰ ਦੇਣਾ। ਫਲਾਣੇ ਦਿਨ ਸੁਬਾਹ ਲੋਕ ਇਕੱਠੇ ਹੋ ਗਏ। ਲੈਣਦਾਰ, ਉਹ ਮਕਾਨ ਅਦਭੁਤ ਸੀ, ਖੁਦ ਰਾਜਾ ਵੀ ਲੈਣ ਆ ਗਿਆ ਸੀ। ਉਹ ਫਕੀਰ ਵੀ ਪਹੁੰਚ ਗਿਆ ਉਸ ਭੀੜ 'ਚ ਕਿ ਉਹ ਆਦਮੀ ਕੀ ਕਰ ਰਿਹਾ, ਕਿ ਕੀ ਉਹ ਵੰਡ ਦੇਗਾ ਲੋਕਾਂ ਨੂੰ। ਉਹ ਫਕੀਰ ਭੀੜ ਚੁੱਪਚਾਪ ਖੜਾ ਹੋ ਕੇ ਦੇਖਣ ਲੱਗਾ। ਉਸ ਆਦਮੀ ਨੇ ਕੀ ਕੀਤਾ? ਉਸ ਆਦਮੀ ਨੇ ਇੱਕ ਬਿੱਲੀ ਬੰਨ੍ਹ ਦਿੱਤੀ ਮਕਾਨ ਦੇ ਸਾਹਮਣੇ ਤੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਬਿੱਲੀ ਦੀ ਕੀਮਤ 5 ਲੱਖ ਰੁਪਏ, ਮਕਾਨ ਦੀ ਕੀਮਤ 1 ਰੁਪਇਆ, ਤੇ ਦੋਹਾਂ ਨੂੰ ਇਕੱਠਾ ਵੇਚਾਂਗਾ, ਅਲੱਗ-ਅਲੱਗ ਨਹੀਂ ਵੇਚਾਂਗਾ। ਜਿਸ ਨੇ ਵੀ ਲੈਣਾ ਹੋਵੇ ਲੈ ਲਵੇ। ਬਿੱਲੀ ਦੀ ਕੀਮਤ 5 ਲੱਖ ਰੁਪਏ, ਮਕਾਨ ਦੀ ਕੀਮਤ 1 ਰੁਪਇਆ, ਇਕੱਠਾ ਵੇਚਾਂਗਾ। ਇੱਕ ਹੀ ਗਾਹਕ ਨੂੰ ਵੇਚਾਂਗਾ, ਦੋਵੇਂ ਅਲੱਗ-ਅਲੱਗ ਨਹੀਂ ਵੇਚਾਂਗਾ। ਪਿੰਡ ਦੇ ਲੋਕ ਬੜੇ ਹੈਰਾਨ ਹੋਏ, ਲੇਕਿਨ ਲੋਕਾਂ ਨੂੰ ਕੀ ਮਤਲਬ, ਲੋਕ ਜਾਣਦੇ ਸੀ 5 ਲੱਖ ਦਾ ਮਕਾਨ ਹੈ, 1 ਰੁਪਏ 'ਚ ਦਿੰਦਾ ਹੈ। 5 ਲੱਖ ਰੁਪਏ ਦਾ ਮਕਾਨ ਤੇ ਬਿੱਲੀ ਜੋ 2 ਕੌਡੀਆਂ ਦੀ ਨਹੀਂ, ਉਹ ਦੱਸਦਾ 5 ਲੱਖ। ਲੇਕਿਨ ਲੋਕਾਂ ਨੂੰ ਕੀ ਮਤਲਬ, ਪਾਗਲ ਹੋ ਗਿਆ। ਹੋ ਜਾਣ ਦਿਓ। ਪਿੰਡ ਦਾ ਮਕਾਨ ਵਿਕ ਗਿਆ। ਇੱਕ ਆਦਮੀ ਨੇ 5 ਲੱਖ 'ਚ ਬਿੱਲੀ ਖਰੀਦ ਲਈ, 1 ਰੁਪਏ 'ਚ ਮਕਾਨ ਖਰੀਦ ਲਿਆ। ਉਸ ਆਦਮੀ ਨੇ 5 ਲੱਖ ਤਿਜੋਰੀ 'ਚ ਬੰਦ ਕੀਤੇ, 1 ਰੁਪਇਆ ਗਰੀਬਾਂ ਨੂੰ ਵੰਡ ਦਿੱਤਾ। ਉਹਨੇ ਤਰਕੀਬ ਕੱਢ ਲਈ, ਉਹਨੇ ਰਾਹ ਕੱਢ ਲਿਆ। ਸਾਡੀ ਪ੍ਰਾਰਥਨਾ ਝੂਠੀ ਹੈ, ਸਾਡੀ ਪੂਜਾ ਝੂਠੀ ਹੈ, ਕਿਉਂਕਿ ਅਸੀਂ ਝੂਠੇ ਹਾਂ ਬੁਨਿਆਦ ਵਿੱਚ। ਇਸ ਲਈ ਸਾਡਾ ਸਭ ਝੂਠਾ ਹੈ, ਸਾਡਾ ਗਿਆਨ, ਸਾਡਾ ਧਰਮ, ਸਾਡੀ ਪ੍ਰਾਰਥਨਾ, ਸਾਡਾ ਪ੍ਰੇਮ, ਕਿਉਂਕਿ ਬੁਨਿਆਦ 'ਚ ਅਸੀਂ ਝੂਠੇ ਹਾਂ ਤੇ ਝੂਠ ਉੱਤੇ ਖੜਾ ਹੋਇਆ ਜੀਵਨ ਸਰਲ ਨਹੀਂ ਹੋ ਸਕਦਾ। ਇਹ ਨਾ ਪੁੱਛੋ ਕਿ ਅਸੀਂ ਸਰਲ ਕਿਵੇਂ ਹੋ ਜਾਈਏ, ਇੰਨਾ ਹੀ ਜਾਣ ਲਈਏ ਕਿ ਅਸੀਂ ਜਟਿਲ ਕਿਵੇਂ ਹੋ ਗਏ ਹਾਂ, ਕਿਵੇਂ ਰੋਜ਼ ਅਸੀਂ ਜਟਿਲ ਹੁੰਦੇ ਚਲੇ ਜਾ ਰਹੇ ਹਾਂ। ਇੱਕ ਪਲ ਨਹੀਂ ਬੀਤਦਾ ਅਸੀਂ ਹੋਰ ਜਟਿਲ ਹੁੰਦੇ ਜਾਂਦੇ ਹਾਂ, ਇੱਕ ਘੜੀ ਨਹੀਂ ਬੀਤਦੀ ਅਸੀਂ ਹੋਰ ਉਲਝ ਜਾਂਦੇ ਹਾਂ। ਸਾਰੀ ਜ਼ਿੰਦਗੀ ਉਲਝਣਾਂ ਦੀ ਇੱਕ ਲੰਮੀ ਕਥਾ ਹੈ। ਬੱਚੇ ਸਰਲ ਤੇ ਸਿੱਧੇ ਪੈਦਾ ਹੁੰਦੇ ਹਨ, ਬੁੱਢੇ ਉਲਝੇ ਹੋਏ ਮਰ ਜਾਂਦੇ ਹਨ। ਇਸ ਲਈ ਤਾਂ ਜ਼ਿੰਦਗੀ ਭਰ ਆਦਮੀ ਪਿੱਛੇ ਵੱਲ ਪਰਤ ਕੇ ਸੋਚਦਾ ਰਹਿੰਦਾ ਹੈ ਕਿ ਬੜੀ ਖੁਸ਼ੀ ਸੀ ਬਚਪਨ 'ਚ, ਬੜਾ ਆਨੰਦ ਸੀ ਬਚਪਨ 'ਚ, ਬੜੀ ਸ਼ਾਂਤੀ ਸੀ ਬਚਪਨ 'ਚ, ਹੁਣ ਸਭ ਖਤਮ ਹੋ ਗਈ। ਕੀ ਗੱਲ ਸੀ ਬਚਪਨ 'ਚ, ਕਿਹੜੀ ਖੁਸ਼ੀ ਸੀ, ਕਿਹੜਾ ਆਨੰਦ ਸੀ, ਕਿਹੜੀ ਸ਼ਾਂਤੀ ਸੀ? ਸ਼ਾਂਤੀ ਇਹ ਸੀ ਕਿ ਸਰਲਤਾ ਸੀ, ਖੁਸ਼ੀ ਇਹ ਸੀ ਕਿ ਸਰਲਤਾ ਸੀ, ਆਨੰਦ ਇਹ ਸੀ ਕਿ ਸਰਲਤਾ ਸੀ। ਜਟਿਲ ਹੁੰਦਾ ਜਾਂਦਾ ਆਦਮੀ ਤੇ ਦੁੱਖ ਤੇ ਪੀੜਾ ਤੇ ਚਿੰਤਾ ਨਾਲ ਭਰਦਾ ਚਲਾ ਜਾਂਦਾ। ਹੋਣਾ ਤਾਂ ਉਲਟਾ ਸੀ ਕਿ ਆਦਮੀ ਦੀ ਉਮਰ ਜਿਵੇਂ ਵੱਧਦੀ ਉਹ ਹੋਰ ਸਰਲ ਹੁੰਦਾ ਤੇ ਅੰਤਲੇ ਪਲ ਤੱਕ ਇੰਨਾ ਸਰਲ ਹੋ ਜਾਂਦਾ ਕਿ ਉਹਦੀ ਸਰਲਤਾ ਵਿੱਚ ਤੇ ਪ੍ਰਭੂ ਵਿਚਕਾਰ ਕੋਈ ਫਾਸਲਾ ਨਾ ਰਹਿ ਜਾਂਦਾ, ਕੋਈ ਕੰਧ ਨਾ ਰਹਿ ਜਾਂਦੀ, ਕੋਈ ਗੰਢ ਨਾ ਰਹਿ ਜਾਂਦੀ, ਕੋਈ ਘੁੰਡੀ ਨਾ ਰਹਿ ਜਾਂਦੀ। ਲੇਕਿਨ ਨਹੀਂ, ਉਲਟਾ ਹੁੰਦਾ, ਗੰਢ ਰੋਜ਼ ਵੱਧਦੀ ਚਲੀ ਜਾਂਦੀ ਹੈ, ਰੋਜ਼ ਵੱਧਦੀ ਚਲੀ ਜਾਂਦੀ ਹੈ। ਅਸੀਂ ਸਾਰੇ ਗੰਢਾਂ ਪਾਉਣ ਵਾਲੇ ਲੋਕ ਹਾਂ। ਸਾਡੇ ਲਈ ਪਰਮਾਤਮਾ ਸਰਲ ਨਹੀਂ ਹੋ ਸਕਦਾ। ਇਸ ਲਈ ਜਦੋਂ ਧਰਮ ਗੁਰੂ ਸਾਨੂੰ ਸਮਝਾਉਂਦੇ ਹਨ ਕਿ ਪਰਮਾਤਮਾ ਕਠਿਨ ਹੈ, ਅਸੀਂ ਬਿਲਕੁਲ ਰਾਜ਼ੀ ਹੋ ਜਾਂਦੇ ਹਾਂ ਕਿ ਠੀਕ ਕਹਿੰਦੇ ਆ, ਪਰਮਾਤਮਾ ਕਠਿਨ ਹੈ। ਮੈਂ ਤੁਹਾਨੂੰ ਕਹਿੰਦਾ ਹਾਂ ਝੂਠ ਕਹਿੰਦੇ ਹਨ। ਪਰਮਾਤਮਾ ਕਠਿਨ ਨਹੀਂ, ਕਠਿਨ ਤੁਸੀਂ ਹੋ। ਤੇ ਆਪਣੀ ਕਠਿਨਾਈ ਨੂੰ ਪਰਮਾਤਮਾ ਸਿਰ ਨਾ ਮੜੋ। ਪਰਮਾਤਮਾ ਜਟਿਲ ਨਹੀਂ, ਜਟਿਲ ਤੁਸੀਂ ਹੋ। ਲੇਕਿਨ ਜਦੋਂ ਦੋਸ਼ ਦੂਜੇ ਸਿਰ ਮੜ ਦਿੱਤਾ ਜਾਏ, ਅਸੀਂ ਨਿਰਦੋਸ਼ ਹੋ ਕੇ ਤੇ ਮਜ਼ੇ 'ਚ ਹੋ ਜਾਂਦੇ ਹਾਂ। ਆਪਣੀ ਕਠਿਨਾਈ ਪਛਾਣੋ, ਆਪਣੀ ਕੰਪਲੈਕਸਿਟੀ ਪਛਾਣੋ ਤੇ ਪਛਾਣਦਿਆਂ ਹੀ ਸਰਲਤਾ ਸ਼ੁਰੂ ਹੋ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕੱਲ ਸ਼ੁਰੂ ਹੋ ਸਕਦੀ ਹੈ, ਹੁਣੇ ਇਸੇ ਵਕਤ ਸ਼ੁਰੂ ਹੋ ਸਕਦੀ ਹੈ। ਤੁਸੀਂ ਇੱਥੋਂ ਤੋਂ ਸਰਲ ਹੋ ਕੇ ਵਾਪਸ ਪਰਤ ਸਕਦੇ ਹੋ। ਇਸੇ ਵਕਤ ਮੁੱਠੀ ਬੰਨੋ,
ਤੁਸੀਂ ਇੱਕ ਦੂਜੇ ਆਦਮੀ ਹੋ ਕੇ ਚੱਲ ਪਏ, ਦੂਜੇ ਆਦਮੀ ਇਸੇ ਪਲ, ਹੁਣੇ, ਇੱਥੇ। ਲੇਕਿਨ ਜੇ ਤੁਸੀਂ ਕਿਹਾ ਕਿ ਕੱਲ ਦੇਖਾਂਗੇ, ਜਟਿਲਤਾ ਸ਼ੁਰੂ ਹੋ ਗਈ, ਕਿਉਂਕਿ ਕੱਲ ਉੱਤੇ ਟਾਲਣਾ ਜਟਿਲ ਆਦਮੀ ਦਾ ਲੱਛਣ ਹੈ। ਜ਼ਿੰਦਗੀ ਕੱਲ ਲਈ ਨਹੀਂ ਰੁਕਦੀ, ਜ਼ਿੰਦਗੀ ਹੁਣੇ ਤੇ ਇੱਥੇ ਹੈ। ਹੋ ਸਕਦਾ ਹੈ ਉਹ ਹੁਣੇ ਹੋ ਸਕਦਾ ਹੋਵੇ ਤੇ ਇੱਥੇ, ਦਿਸ ਵੈਰੀ ਮੋਮੈਂਟ, ਇਸੇ ਪਲ 'ਚ। ਲੇਕਿਨ ਜੋ ਇਸ ਪਲ 'ਚ ਨਹੀਂ ਹੋ ਸਕਦਾ, ਤੁਸੀਂ ਕਹਿੰਦੇ ਹੋ, ਠੀਕ ਕਹਿੰਦੇ ਹੋ, ਸੋਚਾਂਗਾ, ਵਿਚਾਰ ਕਰਾਂਗਾ, ਪੁੱਛਾਂਗਾ, ਕੱਲ ਕੁਝ ਕਰਾਂਗਾ। ਬਸ ਜਟਿਲਤਾ ਦੇ ਸਾਰੇ ਰਾਹ ਖੋਲ ਦਿੱਤੇ ਗਏ। ਸੋਚਣ ਨਾਲ ਆਦਮੀ ਹੋਰ ਜਟਿਲਤਾ 'ਚ ਜਾਏਗਾ, ਕਰਨ ਨਾਲ ਹੋਰ ਜਟਿਲਤਾ 'ਚ ਜਾਏਗਾ, ਕੱਲ ਤੇ ਪੋਸਟਪੋਨ ਕਰਨ ਨਾਲ ਹੋਰ ਜਟਿਲਤਾ 'ਚ ਜਾਏਗਾ। ਹੁਣੇ ਤੇ ਇੱਥੇ ਜਟਿਲਤਾ ਨੂੰ ਦੇਖ ਲਓ, ਪਛਾਣ ਲਓ, ਕਿੱਥੇ ਮੈਂ ਜਟਿਲ ਹਾਂ, ਫਿਰ ਕਿਸ ਨੂੰ ਕਹਿਣਾ। ਇੱਕ ਨੌਜਵਾਨ ਸੰਨਿਆਸੀ ਇੱਕ ਆਸ਼ਰਮ ਵਿੱਚ ਹੈ, ਬਹੁਤ ਵਿਵਾਦੀ ਹੈ, ਬਹੁਤ ਤਾਰਕਿਕ ਹੈ। 24 ਘੰਟੇ ਵਿਵਾਦ ਤੇ ਤਰਕ ਤੇ ਵਿਵਾਦ, ਇੱਕ ਪਲ ਲਈ ਵੀ ਮੌਨ ਨਹੀਂ, ਬੋਲੇ ਜਾਣਾ, ਬੋਲੇ ਜਾਣਾ। ਇੱਕ ਅਜਨਬੀ ਮਹਿਮਾਨ ਆਸ਼ਰਮ 'ਚ ਆਇਆ ਹੋਇਆ ਹੈ। ਉਹ ਨੌਜਵਾਨ ਉਹਦੇ ਪਿੱਛੇ ਪੈ ਗਿਆ, ਵਿਵਾਦ ਵਿੱਚ, ਤਰਕ ਵਿੱਚ, ਆਰਗੂਮੈਂਟ ਵਿੱਚ। ਉਹਨੇ ਇੱਕ ਇੱਕ ਵਾਲ ਦੀ ਖੱਲ ਲਾ ਛੱਡੀ। ਉਹ ਆਦਮੀ ਹਾਰਿਆ ਹੋਇਆ, ਪਰਾਜਿਤ ਹੋਇਆ ਵਾਪਸ ਪਰਤਿਆ। ਆਸ਼ਰਮ ਦਾ ਬੁੱਢਾ ਗੁਰੂ ਚੁੱਪਚਾਪ ਬੈਠਾ ਹੋਇਆ ਦੇਖ ਰਿਹਾ, ਹੱਸ ਰਿਹਾ, ਦੇਖ ਰਿਹਾ। ਜਦੋਂ ਅਜਨਬੀ ਹਾਰ ਕੇ ਚਲਾ ਗਿਆ ਵਿਵਾਦ, ਤਦ ਉਸ ਬੁੱਢੇ ਨੇ ਉਸ ਨੌਜਵਾਨ ਸੰਨਿਆਸੀ ਨੂੰ ਕਿਹਾ, ਮੇਰੇ ਬੇਟੇ, ਤੂੰ ਕਦੋਂ ਤੱਕ ਵਿਅਰਥ ਦੀ ਬਕਵਾਸ ਕਰਦਾ ਰਹੇਂਗਾ? ਕਦੋਂ ਤੱਕ ਵਿਅਰਥ ਦੀ ਬਕਵਾਸ ਕਰੇਂਗਾ? ਕੀ ਮਿਲੇਗਾ ਇਸ ਬਕਵਾਸ ਨਾਲ, ਇਸ ਵਿਵਾਦ ਨਾਲ? ਜੋ ਮਿਲਣਾ ਹੈ ਉਹ ਸੰਵਾਦ ਨਾਲ ਮਿਲਦਾ ਹੈ, ਤੇ ਸੰਵਾਦ ਮੌਨ 'ਚ ਹੁੰਦਾ ਹੈ। ਵਿਵਾਦ 'ਚ ਕੋਈ ਸੰਵਾਦ ਨਹੀਂ ਹੁੰਦਾ, ਵਿਵਾਦ 'ਚ ਕੋਈ ਕਮਿਊਨੀਕੇਸ਼ਨ ਨਹੀਂ ਹੈ। ਕੀ ਮਿਲੇਗਾ ਤੈਨੂੰ? ਕਦੋਂ ਤੱਕ ਬੋਲਦਾ ਰਹੇਂਗਾ? ਕਦੋਂ ਤੱਕ ਸ਼ਬਦਾਂ ਨਾਲ ਖੇਡਦਾ ਰਹੇਂਗਾ? ਸ਼ਬਦਾਂ ਦੀ ਆਪਣੀ ਸ਼ਤਰੰਜ ਹੈ, ਕਦੋਂ ਤੱਕ ਖੇਡਦਾ ਰਹੇਂਗਾ? ਬੋਲ। ਉਸ ਨੌਜਵਾਨ ਨੇ ਸੁਣਿਆ, ਜਿਵੇਂ ਤੁਸੀਂ ਸੁਣ ਰਹੇ ਹੋ, ਉਸ ਨੌਜਵਾਨ ਨੇ ਵੀ ਸੁਣਿਆ ਕਿ ਉਹਦੇ ਬੁੱਢੇ ਗੁਰੂ ਨੇ ਕਿਹਾ, ਕਦੋਂ ਤੱਕ ਤੂੰ ਬੋਲਦਾ ਰਹੇਂਗਾ ਵਿਅਰਥ? ਬੋਲ, ਜਵਾਬ ਦੇ। ਉਹ ਨੌਜਵਾਨ ਹੱਸਣ ਲੱਗਿਆ, ਉਹਨੇ ਜਵਾਬ ਵੀ ਨਾ ਦਿੱਤਾ। ਗੁਰੂ ਉਹਨੂੰ ਹਿਲਾਉਣ ਲੱਗਾ ਕਿ ਬੋਲ, ਜਵਾਬ ਦੇ। ਉਹ ਚੁੱਪ ਹੀ ਹੋ ਗਿਆ। ਫਿਰ ਉਹ 30 ਸਾਲ ਜਿਉਂਦਾ ਰਿਹਾ, ਮੌਨ ਹੀ ਜਿੰਦਾ ਰਿਹਾ। ਉਸੇ ਪਲ ਹੋ ਗਈ ਗੱਲ, ਜੋ ਗੱਲ ਦਿਖਾਈ ਦੇ ਗਈ ਹੋ ਗਈ। ਉਹਨੂੰ ਦਿਖਾਈ ਦੇ ਗਿਆ ਕਿ ਉਹ ਠੀਕ ਕਹਿ ਰਿਹਾ। ਇਹ ਗੱਲ ਕਿ ਮੈਂ ਕਦੋਂ ਤੱਕ ਵਿਅਰਥ ਬੋਲ ਕੇ ਸਮਾਂ ਗਵਾਉਂਦਾ ਰਹਾਂਗਾ, ਗੱਲ ਦਿਖਾਈ ਦੇਗੀ। ਫਿਰ ਉਹਨੇ ਇਹ ਵੀ ਨਾ ਕਿਹਾ ਕਿ ਕੱਲ ਤੋਂ ਬੰਦ ਕਰਾਂਗਾ, ਹੁਣੇ ਬੰਦ ਕਰਦਾ, ਕਿਉਂਕਿ ਇਹਦੇ ਕਹਿਣ ਦੀ ਵੀ ਕੀ ਜ਼ਰੂਰਤ ਰਹੀ। ਬੰਦ ਹੋ ਗਿਆ, ਉਸੇ ਪਲ ਗੱਲ ਹੋ ਗਈ। ਪਿੰਡ ਦੇ ਲੋਕ ਤਾਂ ਬੜੇ ਪਰੇਸ਼ਾਨ ਹੋਏ ਕਿ ਉਹ ਆਦਮੀ ਜੋ ਸਭ ਤੋਂ ਜ਼ਿਆਦਾ ਬੋਲਦਾ ਸੀ ਚੁੱਪ ਹੋ ਗਿਆ। ਲੋਕ ਉਹਦੇ ਗੁਰੂ ਨੂੰ ਆ ਕੇ ਕਹਿਣ ਲੱਗੇ ਕਿ ਬੜਾ ਪਾਗਲ ਲੱਗਦਾ। ਉਸ ਗੁਰੂ ਨੇ ਕਿਹਾ, ਕਾਸ਼ ਲੋਕ ਇੰਨੇ ਹੀ ਪਾਗਲ ਹੋਣ ਤਾਂ ਧਰਤੀ ਸਵਰਗ ਬਣ ਜਾਏ। ਜਿਹਨੂੰ ਅਸੀਂ ਹੁਸ਼ਿਆਰ ਕਹਿੰਦੇ ਹਾਂ, ਉਹ ਆਦਮੀ ਸੋਚ ਵਿਚਾਰ ਕਰਦਾ ਹੈ, ਸੋਚ ਵਿਚਾਰ ਕਰਦਾ ਹੈ, ਕੱਲ ਕਰਾਂਗਾ, ਕੱਲ ਕਰਾਂਗਾ। ਉਸ ਵਿੱਚ ਕੁੱਦਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਤੇ ਸੱਚ ਨੂੰ ਉਹ ਲੋਕ ਪ੍ਰਾਪਤ ਕਰਦੇ ਹਨ ਜੋ ਕੁੱਦਣ ਦੀ ਤੇ ਦਾਅ ਲਗਾਉਣ ਦੀ ਸਮਰੱਥਾ ਰੱਖਦੇ ਹਨ। ਤੇ ਮੈਂ ਕਹੀ ਇਹ ਥੋੜ੍ਹੀ ਜਿਹੀ ਗੱਲ ਜਟਿਲ ਹੈ। ਮਨੁੱਖ ਦਾ ਮਨ, ਜਟਿਲਤਾ ਦੇਖੋ। ਆਪਣੇ ਝੂਠੇ ਚਿਹਰਿਆਂ ਨੂੰ ਪਛਾਣੋ, ਜਿਨ੍ਹਾਂ ਝੂਠੇ ਵਸਤਰਾਂ ਨੂੰ ਗਵਾਹੀ ਦਿੱਤੀ ਹੈ, ਉਹਨਾਂ ਗਵਾਹੀਆਂ ਨੂੰ ਪਛਾਣੋ। ਜਿਸ ਪ੍ਰੇਮ ਨੂੰ ਪ੍ਰੇਮ ਕਿਹਾ, ਜਿਹਦੇ ਪਿੱਛੋਂ ਨਫ਼ਰਤ ਛਿਪੀ ਬੈਠੀ ਹੈ, ਉਸ ਪ੍ਰੇਮ ਨੂੰ ਪਛਾਣੋ। ਜਿਸ ਗਿਆਨ ਨੂੰ ਗਿਆਨ ਸਮਝਿਆ, ਜਿੱਥੇ ਗਿਆਨ ਬਿਲਕੁਲ ਵੀ ਨਹੀਂ, ਉਸ ਗਿਆਨ ਦੀ ਵਿਅਰਥਤਾ ਨੂੰ ਦੇਖੋ ਤੇ ਦੇਖਦੇ ਹੀ ਤੁਹਾਨੂੰ ਲੱਗੇਗਾ ਇੱਕ ਕੰਧ ਟੁੱਟ ਗਈ ਤੇ ਕੋਈ ਕਿਰਨਾਂ ਉਤਰਨੀਆਂ ਸ਼ੁਰੂ ਹੋ ਗਈਆਂ। ਪ੍ਰਾਣ ਸਰਲ ਹੋ ਗਏ, ਨਿਰਦੋਸ਼ ਹੋ ਗਏ ਹਨ, ਇਨੋਸੈਂਟ ਹੋ ਗਏ। ਧੰਨ ਹਨ ਉਹ ਲੋਕ ਜੋ ਸਰਲ ਹੋ ਜਾਂਦੇ ਹਨ, ਕਿਉਂਕਿ ਪਰਮਾਤਮਾ ਉਹਨਾਂ ਦੀ ਭਰਪੂਰਤਾ ਬਣ ਜਾਂਦਾ ਹੈ। ਧੰਨ ਹਨ ਉਹ ਲੋਕ ਜੋ ਸਰਲ ਹਨ, ਕਿਉਂਕਿ ਸਰਲਤਾ ਦੇ ਦੁਆਰ ਰਾਹੀਂ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਧੰਨ ਹਨ ਉਹ ਲੋਕ ਜੋ ਸਰਲ ਹੋ ਜਾਂਦੇ ਹਨ, ਕਿਉਂਕਿ ਸੱਚ ਦਾ ਤੇ ਪ੍ਰਭੂ ਦਾ ਰਾਜ਼ ਉਹਨਾਂ ਦਾ ਹੈ। ਲੇਕਿਨ ਅਭਾਗੇ ਹਨ ਉਹ ਲੋਕ ਜੋ ਜਟਿਲ ਹਨ, ਤੇ ਅਸੀਂ ਸਾਰੇ ਜਟਿਲ ਹਾਂ। ਸਾਡੀ ਬਦਕਿਸਮਤੀ, ਸਾਡਾ ਦੁਰਭਾਗ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਉਲਝਾਈ ਚਲੇ ਜਾਂਦੇ ਹਾਂ, ਉਲਝਾਈ ਚਲੇ ਜਾਂਦੇ ਹਾਂ, ਉਲਝਾਈ ਚਲੇ ਜਾਂਦੇ ਹਾਂ। ਇਹ ਥੋੜ੍ਹੀ ਜਿਹੀ ਗੱਲ ਮੈਂ ਕਹੀ, ਇਸ ਸੰਬੰਧ 'ਚ ਹੋਰ ਜੋ ਗੱਲਾਂ ਹਨ ਆਉਣ ਵਾਲੀਆਂ ਰਚਨਾਵਾਂ 'ਚ ਤੁਹਾਡੇ ਨਾਲ ਕਰਾਂਗਾ। ਇੱਕ ਛੋਟੀ ਜਿਹੀ ਘਟਨਾ ਤੇ ਆਪਣੀ ਚਰਚਾ ਮੈਂ ਪੂਰੀ ਕਰਾਂ। ਜੀਸਸ ਕ੍ਰਾਈਸਟ ਇੱਕ ਪਿੰਡ 'ਚ ਗਏ। ਉਸ ਪਿੰਡ ਦੇ ਲੋਕ ਇਕੱਠੇ ਹੋ ਗਏ। ਪਿੰਡ ਦਾ ਪੁਰੋਹਿਤ, ਪਿੰਡ ਦਾ ਪੰਡਤ, ਪਿੰਡ ਦਾ ਡਾਕਟਰ, ਪਿੰਡ ਦਾ ਅਧਿਆਪਕ, ਪਿੰਡ ਦੇ ਵਪਾਰੀ, ਪਿੰਡ ਦੇ ਮਜ਼ਦੂਰ, ਪਿੰਡ ਦੇ ਮਰਦ, ਔਰਤਾਂ, ਉਹ ਸਭ ਇਕੱਠੇ ਹੋ ਗਏ। ਉਹ ਜੀਸਸ ਦੀਆਂ ਗੱਲਾਂ ਸੁਣਨ ਲੱਗੇ ਤੇ ਜੀਸਸ ਉਹਨਾਂ ਲੋਕਾਂ ਨੂੰ ਕਹਿਣ ਲੱਗਾ ਕਿ ਪਰਮਾਤਮਾ ਦਾ ਰਾਜ ਬਹੁਤ ਨਜ਼ਦੀਕ ਹੈ।
ਤੁਸੀਂ ਦਾਖਲ ਹੋਣਾ ਚਾਹੁੰਦੇ ਹੋ ਜਾਂ ਨਹੀਂ? ਉਹ ਜੋ ਕਿੰਗਡਮ ਆਫ ਗॉड ਹੈ ਬਹੁਤ ਨੇੜੇ ਹੈ, ਤੁਸੀਂ ਚੱਲਣਾ ਚਾਹੁੰਦੇ ਹੋ ਕਿ ਨਹੀਂ? ਉਹਨਾਂ ਲੋਕਾਂ ਨੇ ਕਿਹਾ, ਪ੍ਰਾਣ ਤਾਂ ਸਾਡੇ ਵੀ ਬੇਚੈਨ ਹਨ, ਲੇਕਿਨ ਕੌਣ ਜਾ ਸਕੇਗਾ? ਕੌਣ ਹੈ ਪਾਤਰ? ਕੌਣ ਜਾ ਸਕੇਗਾ ਪ੍ਰਭੂ ਦੇ ਰਾਜ 'ਚ? ਕੌਣ ਹੈ ਪਾਤਰ? ਕੌਣ ਹੱਕਦਾਰ ਹੈ? ਤਾਂ ਜੀਸਸ ਦੇ ਸਾਹਮਣੇ ਖੜੇ ਹੋਏ ਧਰਮਗੁਰੂ ਨੂੰ ਦੇਖਿਆ ਨਹੀਂ, ਉਹ ਅਧਿਕਾਰੀ ਨਹੀਂ ਸੀ, ਕਿਉਂਕਿ ਉਹਨੂੰ ਖਿਆਲ ਸੀ ਕਿ ਮੈਂ ਧਰਮ ਦਾ ਗੁਰੂ ਹਾਂ। ਹੰਕਾਰ ਸੀ। ਜੀਸਸ ਨੇ ਕੋਲ ਹੀ ਖੜੇ ਧਨਪਤੀ ਨੂੰ ਦੇਖਿਆ। ਉਹਦੀ ਰੀੜ ਚਾਕੜ ਸੀ, ਉਹਦੀ ਜੇਬ ਭਾਰੀ ਸੀ, ਉਸ ਕੋਲ ਸੈਨਾ ਸੀ, ਧਨ ਸੀ, ਉਹ ਵੀ ਕੁਝ ਸੀ। ਨਹੀਂ, ਉਹ ਵੀ ਪਾਤਰ ਨਹੀਂ ਹੋ ਸਕਦਾ। ਜੀਸਸ ਦੀ ਅੱਖ ਉੱਥੋਂ ਵੀ ਹਟ ਗਈ। ਜੀਸਸ ਨੇ ਗਰੀਬ ਵੱਲ ਵੇਖਿਆ। ਉਹਦੇ ਮਨ 'ਚ ਸਿਵਾਏ ਰੋਟੀ ਦੀ ਹੋਰ ਕਲਪਨਾ ਨਹੀਂ ਸੀ ਕੋਈ। ਧਨੀ ਦੇ ਮਨ 'ਚ ਸੋਨੇ ਚਾਂਦੀ ਦਾ ਹਿਸਾਬ ਸੀ, ਗਰੀਬ ਦੇ ਮਨ 'ਚ ਰੋਟੀ ਦਾ ਹਿਸਾਬ ਸੀ। ਧਰਮਗੁਰੂ ਸਮਝਦਾ ਸੀ ਮੈਂ ਜਾਣਦਾ। ਪਿੰਡ ਦਾ ਨਾਸਤਿਕ ਖੜਾ ਸੀ, ਉਹ ਸਮਝਦਾ ਸੀ ਈਸ਼ਵਰ ਹੈ ਹੀ ਨਹੀਂ, ਈਸ਼ਵਰ ਦਾ ਕੋਈ ਰਾਜ ਨਹੀਂ। ਕੌਣ ਕਹਿੰਦਾ? ਜੀਸਸ ਦੀਆਂ ਅੱਖਾਂ ਇੱਕ ਇੱਕ ਆਦਮੀ ਨੂੰ ਦੇਖਣ ਲੱਗੀਆਂ ਤੇ ਖਿਸਕਣ ਲੱਗੀਆਂ। ਨਹੀਂ, ਉਹ ਕੋਈ ਵੀ ਪਾਤਰ ਨਹੀਂ। ਤੇ ਤਦ ਕਿਸੇ ਉੱਤੇ ਜੀਸਸ ਦੀਆਂ ਅੱਖਾਂ ਰੁਕੀਆਂ। ਇੱਕ ਬੱਚੇ ਉੱਤੇ ਜੋ ਭੀੜ ਦੇ ਬਾਹਰ ਚੁੱਪਚਾਪ ਧੂੜ ਵਿੱਚ ਖੇਡ ਰਿਹਾ ਸੀ। ਉਹ ਦੌੜ ਕੇ ਗਏ, ਉਸ ਧੂੜ ਭਰੇ ਬੱਚੇ ਨੂੰ ਚੁੱਕ ਲਿਆ, ਉੱਪਰ ਤੇ ਮੋਢਿਆਂ ਉੱਤੇ ਚੁੱਕ ਕੇ ਲੋਕਾਂ ਨੂੰ ਕਿਹਾ, ਸੁਣੋ, ਜੋ ਲੋਕ ਇਸ ਬੱਚੇ ਦੀ ਤਰ੍ਹਾਂ ਸਰਲ ਹੋਣਗੇ, ਪਰਮਾਤਮਾ ਦੇ ਰਾਜ ਦੇ ਹੱਕਦਾਰ ਉਹੀ ਹਨ। ਆਪਣੇ ਆਪ ਨੂੰ ਪੁੱਛਣਾ ਰਾਤ ਜਾ ਕੇ, ਬੱਚੇ ਦੀ ਸਰਲਤਾ ਹੈ ਤੁਹਾਡੇ ਕੋਲ? ਨਹੀਂ ਹੈ ਤਾਂ ਫਿਰ ਪ੍ਰਭੂ ਬਹੁਤ ਕਠਿਨ ਹੈ, ਫਿਰ ਉਹ ਸਰਲ ਨਹੀਂ ਹੋ ਸਕਦਾ। ਤੇ ਜੇ ਤੁਹਾਡੇ ਪ੍ਰਾਣਾਂ ਵਿੱਚੋਂ ਕੋਈ ਬੱਚਾ ਬੋਲ ਉੱਠੇ ਕਿ ਹਾਂ ਮੈਂ ਤਿਆਰ ਹਾਂ, ਮੈਂ ਮਰ ਨਹੀਂ ਗਿਆ, ਤੁਹਾਡੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੈਂ ਮਰ ਨਹੀਂ ਗਿਆ ਹਾਂ, ਤੁਹਾਡੇ ਸਭ ਝੂਠਾਂ ਦੇ ਬਾਵਜੂਦ ਵੀ ਮੈਂ ਜਿੰਦਾ, ਇਨ ਸਪਾਈਟ ਆਫ ਯੂ, ਤੇ ਮੈਨੂੰ ਖੋਜ ਲਓ, ਤੁਹਾਡਾ ਬੱਚਾ ਅਜੇ ਮੌਜੂਦ ਹੈ। ਅੱਜ ਦੀ ਰਾਤ ਵੀ ਦੁਆਰ ਖੁੱਲ੍ਹ ਸਕਦੇ ਹਨ, ਕਿਸੇ ਵੀ ਪਲ ਖੁੱਲ੍ਹ ਸਕਦੇ ਹਨ। ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਤੇ ਸ਼ਾਂਤੀ ਨਾਲ ਸੁਣਿਆ, ਉਹਦੇ ਲਈ ਬਹੁਤ ਧੰਨਵਾਦੀ ਹਾਂ। ਤੇ ਅੰਤ 'ਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ। ਮੇਰਾ ਪ੍ਰਣਾਮ ਸਵੀਕਾਰ ਕਰੋ। ਧੰਨਵਾਦ।